ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਜੀਵਨ ਜਾਂਚ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਜੀ। ਹਰ ਹਫਤੇ ਦੀ ਤਰ੍ਹਾਂ ਅੱਜ ਫਿਰ ਪਿੰਗਲ ਬਰਾੜ ਸੁਸਾਇਟੀ ਯੂਕੇ ਤੇ ਅੰਮ੍ਰਿਤਸਰ ਦੀਆਂ ਗਤੀਵਿਧੀਆਂ ਦੇ ਨਾਲ ਪਿਛਲੇ ਹਫਤੇ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਆਰਗੈਨਿਕ ਖੇਤੀ ਦੇ ਬਾਰੇ ਜਿਹੜੀ ਜਾਣਕਾਰੀ ਅਸੀਂ ਅੱਜ ਲੈਣੀ ਆ ਡਾਕਟਰ ਰਾਜਵੀਰ ਸਿੰਘ ਜੀ ਹੁਣਾਂ ਕੋਲੋਂ। ਉਹ ਸਾਡੇ ਕੋਲੋਂ ਸਟੂਡੀਓ ਦੇ ਵਿੱਚ ਪਹੁੰਚੇ ਨੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਤੇ ਨਾਲ ਜਗਰਾਜ ਸਿੰਘ ਸਰਾਜ ਜੀ ਹੁਣਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ, ਕਿਉਂਕਿ ਅੱਜ ਬਹੁਤ ਕੁਛ ਨੇ ਜਗਰਾਜ ਸਿੰਘ ਸਰਾਜ ਜੀ ਹੁਣਾਂ ਤੋਂ, ਕਿਉਂਕਿ ਐਤਵਾਰ ਨੂੰ ਪ੍ਰੋਗਰਾਮ ਸੀਗਾ ਸਵੈਂਸੀ ਗੁਰੂ ਘਰ ਦੇ ਵਿੱਚ ਵੀ ਭਗਤ ਜੀ ਦੀ 30ਵੀਂ ਬਰਸੀ ਦਾ ਸਮਾਗਮ ਜਿਹੜਾ ਕਰਵਾਇਆ ਗਿਆ, ਉਹਦੇ ਬਾਰੇ ਜਾਣਕਾਰੀ ਲਵਾਂਗੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸੋ ਸਵਾਗਤ ਹੈ ਜੀ। ਪਹਿਲਾਂ ਤਾਂ ਦੱਸੋ ਕਿ ਜਿਹੜੇ ਕਾਰਜ ਜੋ ਲਿਖੇ ਗਏ ਸੀ ਉਹ ਕਿਵੇਂ ਦੇ ਰਹੇ? ਬਿਲਕੁਲ ਜੀ, ਬਹੁਤ ਸੋਹਣੇ ਜੀ। ਸੰਗਤ ਦਾ ਬਹੁਤ ਸਹਿਯੋਗ ਰਿਹਾ ਅਤੇ ਮੈਂ ਖਾਸ ਤੌਰ 'ਤੇ ਕਮੇਟੀ ਸਾਰੀ ਦਾ ਅਤੇ ਸੰਗਤ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਇੱਕ ਵਾਰ ਫਿਰ ਵੀਰ ਜੀ ਦਾ ਜਿਨ੍ਹਾਂ ਨੇ ਕਿ ਬਹੁਤ ਹੀ ਸ਼ਲਾਘਾਯੋਗ ਅਤੇ ਭਰਪੂਰ ਜਾਣਕਾਰੀ ਦਿੱਤੀ, ਅਤੇ ਨਾਲ ਦੀ ਨਾਲ KTV ਦਾ ਕਿ ਜਿਨ੍ਹਾਂ ਦੇ KTV ਦੀ ਟੀਮ ਸਾਰੀ ਉੱਥੇ ਪਹੁੰਚੀ, ਅਤੇ ਉਹਨਾਂ ਦਾ ਵੀ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸੋ ਇਸ ਟਾਈਮ ਨਾਲ ਸਾਡੇ ਨੇ ਰਾਜਵੀਰ ਸਿੰਘ ਜੀ ਹੁਣੀ। ਆਰਗੈਨਿਕ ਖੇਤੀ ਦਾ ਜਦੋਂ ਜ਼ਿਕਰ ਹੁੰਦਾ ਆ ਤਾਂ ਇਹਨਾਂ ਦਾ ਨਾਮ ਜਿਹੜਾ ਉਹ ਨਾਲ ਜਿਹੜਾ ਆ ਹੁਣ ਵੀ ਆਉਂਦਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਮੇਸ਼ਾ ਨਾਮ ਜਿਹੜਾ ਇਹਨਾਂ ਦਾ ਆਉਂਦਾ ਰਹੇਗਾ, ਕਿਉਂਕਿ ਜਦੋਂ ਅਸੀਂ ਪਿੰਗਲਵਾੜੇ ਦੀ ਗੱਲ ਕਰਦੇ ਹਾਂ ਅਤੇ ਨਾਲ ਆਰਗੈਨਿਕ ਖੇਤੀ ਦੀ ਕਰਦੇ ਹਾਂ, ਕੁਦਰਤੀ ਖੇਤੀ ਦੀ ਗੱਲ ਕਰਦੇ ਹਾਂ, ਤਾਂ ਜਿੰਨਾ ਇਹਨਾਂ ਨੇ ਯੋਗਦਾਨ ਦਿੱਤਾ ਆ, ਜੇ ਆਪਾਂ ਗੱਲ ਕਰੀਏ ਜਦੋਂ ਦਾ ਇਹਨਾਂ ਦਾ ਸਫ਼ਰ ਜਿਹੜਾ ਉਹ ਪਿੰਗਲਵਾੜੇ ਦੇ ਨਾਲ ਸ਼ੁਰੂਆਤ ਹੋਈ ਆ ਅਤੇ ਹੁਣ ਤੱਕ ਲਗਾਤਾਰ ਜਿਹੜਾ ਹੈਗਾ ਕੁਦਰਤੀ ਖੇਤੀ ਨੂੰ ਕਿਵੇਂ ਜਿਹੜਾ ਆ ਉਹਦੇ ਵਿੱਚ ਤਰੱਕੀ ਕਰਨੀ ਆ ਜਾਂ ਕਿਵੇਂ ਨਵੀਆਂ ਸਕੀਮਾਂ ਲਿਆ ਕੇ ਉੱਥੇ ਜਿਹੜੀ ਪ੍ਰੋਗਰੈਸ ਚੱਲ ਰਹੀ ਆ, ਉਹਦੇ ਬਾਰੇ ਜਾਣਕਾਰੀ ਲਵਾਂਗੇ। ਨਾਲ ਦੇ ਨਾਲ ਇਹ ਜ਼ਰੂਰ ਜਾਣਾਂਗੇ ਕਿ ਅਸਲ ਦੇ ਵਿੱਚ ਕੁਦਰਤੀ ਖੇਤੀ ਹੈ ਕੀ ਆ। ਸਵਾਗਤ ਆ ਵੀ ਜੀ ਪ੍ਰੋਗਰਾਮ ਦੇ ਵਿੱਚ, ਤੇ ਥੋੜਾ ਜਿਹਾ ਸਾਨੂੰ ਜਾਣਕਾਰੀ ਜਿਹੜੀ ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕੁਦਰਤੀ ਖੇਤੀ ਜਿਹੜਾ ਨੇਚਰ ਦੇ ਨਾਲ ਜੁੜ ਕੇ ਖੇਤੀ ਕੀਤੀ ਜਾਵੇ ਉਹਨੂੰ ਕੁਦਰਤੀ ਖੇਤੀ ਕਹਿੰਦੇ ਆ ਜੀ। ਭਾਵ ਫੈਕਟਰੀ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਬਣੀ ਹੋਈ ਆ, ਪੈਸਟੀਸਾਈਡ ਆ, ਫਰਟੀਲਾਈਜ਼ਰ ਆ, ਉਹਦੀ ਵਰਤੋਂ ਤੋਂ ਬਿਨਾਂ ਕੁਦਰਤ ਵੱਲੋਂ ਜਿਹੜੀਆਂ ਬਖਸ਼ੀਆਂ ਹੋਈਆਂ ਦਾਤਾਂ ਨੇ ਉਹਨਾਂ ਦੀ ਵਰਤੋਂ ਕਰਕੇ ਜਿਹੜੀ ਖੇਤੀ ਕੀਤੀ ਜਾਂਦੀ ਆ ਉਹਨੂੰ ਕੁਦਰਤੀ ਖੇਤੀ ਕਹਿੰਦੇ ਆ ਜੀ। ਔਰ ਜਦੋਂ ਅਸੀਂ ਕੁਦਰਤੀ ਖੇਤੀ 2007 ਦੇ ਵਿੱਚ ਸ਼ੁਰੂ ਕੀਤੀ, ਡਾਕਟਰ ਭੈਣ ਜੀ ਬੜੇ ਚਿੰਤਤ ਸੀ ਕਿ ਵਿਕਲਾਂਗ ਬੱਚੇ ਜਿਹੜੇ ਜਨਮ ਲੈ ਰਹੇ ਆ ਉਹਨਾਂ ਦੀ ਫੂਡ ਜਿਹੜੀ ਉਹ ਸਹੀ ਨਹੀਂ, ਤੇ ਤਾਂ ਹੀ ਮਾਂ ਨੇ ਖੁਰਾਕ ਚੰਗੀ ਨਹੀਂ ਲਈ, ਤਾਂ ਵਿਕਲਾਂਗ ਬੱਚਾ ਜਿਹੜਾ ਆ ਕੋਈ ਡੈਫੀਸ਼ੀਐਂਸੀ ਤੇ ਪੈਦਾ ਹੋਇਆ। ਔਰ ਬੜੀ ਚਿੰਤਾ ਦਾ ਵਿਸ਼ਾ ਕਿ ਅਸੀਂ ਕਿੰਨੇ ਕੁ ਪਿੰਗਲਵਾੜੇ ਬਣਾਵਾਂਗੇ, ਕਿਵੇਂ ਇਹਨਾਂ ਨੂੰ ਸੰਭਾਲਾਂਗੇ, ਬੜਾ ਚਿੰਤਾ ਦਾ ਵਿਸ਼ਾ ਸੀ। ਔਰ ਸੁਭਾਸ਼ ਪਾਲੇਕਰ ਜੀ ਮਿਲ ਗਏ ਔਰ ਕੁਦਰਤੀ ਖੇਤੀ ਜਿਹੜੀ ਸੀ ਮਹਿੰਦਰ ਦੱਤ ਜੀ ਰਾਹੀਂ ਸਾਡੇ ਕੋਲ ਸੁਭਾਸ਼ ਪਾਲੇਕਰ ਜੀ ਆਏ ਔਰ ਜਿਹੜੀ ਕੁਦਰਤੀ ਖੇਤੀ ਅਸੀਂ ਸ਼ੁਰੂ ਕੀਤੀ ਕਿ ਇੱਕ ਗਾਂ ਜਿਹੜੀ ਸੀ ਉਹ 30 ਏਕੜ ਵਾਸਤੇ ਕਾਫੀ ਆ। ਸਾਨੂੰ ਕੋਈ ਬਹੁਤ ਵੱਡੇ ਟਰਾਲੀਆਂ ਭਰ ਕੇ ਟਰੱਕ ਭਰ ਕੇ ਗੋਬਰ ਦੀ ਲੋੜ ਨਹੀਂ। 1 ਗ੍ਰਾਮ ਗੋਬਰ ਦੇ ਵਿੱਚ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਕਈ ਕਰੋੜ ਜੀਵਾਣੂ ਆ, ਕਈ ਕਰੋੜ ਜੀ। ਔਰ ਮੈਂ ਲੈਬੋਰਟਰੀ ਦੇ ਵਿੱਚ ਟੈਸਟ ਵੀ ਕਰਵਾਇਆ। ਹਾਂਜੀ, ਸੁਭਾਸ਼ ਪਾਲੇਕਰ ਜੀ ਦੱਸਦੇ ਹੁੰਦੇ ਸੀ, ਮੈਂ ਲੈਬੋਰਟਰੀ ਦੇ ਵਿੱਚ ਗੋਬਰ ਭੇਜ ਕੇ ਤੇ ਟੈਸਟ ਕਰਾਇਆ। ਔਰ ਜਦੋਂ ਇਹ ਮਲਟੀਪਲਾਈ ਹੋਣੇ ਆ, ਇਹਨਾਂ ਦੀ ਇੰਨੀ ਗਿਣਤੀ ਹੋ ਜਾਣੀ ਆ। ਔਰ 85% ਸਾਡੇ ਮਿੱਤਰ ਕੀਟ ਨੇ ਧਰਤੀ ਦੇ ਵਿੱਚ, ਪਾਣੀ ਦੇ ਵਿੱਚ, ਵਾਯੂਮੰਡਲ, ਟੋਟਲ ਕੀਟ ਦੀ ਜਿਹੜੀ ਗਿਣਤੀ ਆ ਉਹ 85 ਸਾਡੇ ਮਿੱਤਰ ਨੇ। ਹਾਂਜੀ, ਤੇ 15 ਸਾਡੇ ਦੁਸ਼ਮਣ ਨੇ। ਹੁਣ 85 ਜਦੋਂ ਸਾਡੀ ਸਹਾਇਤਾ ਕਰ ਰਹੇ ਆ, ਏਡੀ ਵੱਡੀ ਫੌਜ ਗੁਰੂ ਦੀ ਬਖਸ਼ਿਸ਼ ਦੇ ਨਾਲ, ਤੇ ਫਿਰ ਸਾਨੂੰ ਕਾਹਦੀ ਚਿੰਤਾ ਆ? ਫਿਰ ਅਸੀਂ ਕਿਉਂ ਦਵਾਈਆਂ ਵਾਲੀਆਂ ਦੁਕਾਨਾਂ ਦੇ ਉੱਤੇ, ਕਿਉਂ ਖਾਦਾਂ ਵਾਲੀਆਂ ਦੁਕਾਨਾਂ ਦੇ ਉੱਤੇ ਭੱਜੇ ਫਿਰਦੇ ਆ? ਜਦੋਂ ਸਾਨੂੰ ਬਾਬੇ ਨੇ ਧਰਤੀ ਤੇ ਭੇਜਣ ਤੋਂ ਪਹਿਲਾਂ ਸਾਡੇ ਸਾਰੇ ਪ੍ਰਬੰਧ ਕੀਤਾ। ਸਾਡੀ ਮੈਡੀਸਨ ਜਿਹੜੀ ਸਾਡੀ ਮੈਡੀਸਨ ਆ ਐਲੋਪੈਥੀ, ਤਾਂ ਜਦੋਂ ਗੋਰੇ ਵੀਰ ਗਏ ਇੰਡੀਆ ਦੇ ਵਿੱਚ, ਏਲ ਗਏ। ਹਾਂਜੀ, ਤੇ ਜਿਹੜੀ ਅਸਲ ਆਯੁਰਵੈਦਿਕ ਸਿਸਟਮ ਜਿਹੜਾ ਆ, ਤੁਸੀਂ ਕੜੀ ਪੱਤਾ ਲੈ ਲਓ, ਤੁਸੀਂ ਪੁਦੀਨਾ ਲੈ ਲਓ, ਤੁਸੀਂ ਐਲੋਵੀਰਾ ਲੈ ਲਓ, ਤੁਸੀਂ ਨਿਆਜ਼ ਬੋਝ ਲੈ ਲਓ, ਤੁਸੀਂ ਅਰਜਨ ਸ਼ਾਲ ਲੈ ਲਓ। ਹਾਂਜੀ, ਮਤਲਬ ਕਹਿਣ ਤੋਂ ਭਾਵ ਬੜੀ ਲੰਮੀ ਲਿਸਟ ਆ ਜੇ ਮੈਂ ਦੱਸਾਂ। ਔਰ ਸਾਡੇ ਜਿਹੜੇ ਫੂਡ ਦੇ ਤੱਤ ਆ, ਸਾਨੂੰ ਇਹ ਸਾਰੇ ਜਿਹੜੇ ਸੀ ਕੁਦਰਤ ਨੇ ਦਿੱਤੇ ਸੀਗੇ। ਤੇ ਅਸੀਂ ਗਲਤੀ ਦੇ ਨਾਲ, ਹਾਂਜੀ, ਜਦੋਂ 1963-64 ਦੇ ਦਹਾਕੇ ਦੇ ਵਿੱਚ ਇਹ ਮਨਸੈਂਟੋ, ਸਜੈਂਟਾ, ਐਕਸਲ, ਬਾਇਰ ਇਹ ਕੰਪਨੀਆਂ ਆਈਆਂ, ਇਹਨਾਂ ਨੇ ਆਣ ਕੇ ਜਿਹੜੀ ਸਾਡਾ ਫੂਡ ਚੇਨ ਸੀ ਇਹਦਾ ਸਤਿਆਨਾਸ਼ ਕਰ ਦਿੱਤਾ। ਠੀਕ ਉਸ ਵੇਲੇ ਥੋੜ੍ਹੇ ਜਿਹੇ ਝਾੜ ਵਧੇ, ਜੀਲਡ ਵੱਧ ਹੋਈ, ਪਰ ਸਮੇਂ ਦੇ ਨਾਲ ਉਹਦਾ ਜਿਹੜਾ ਨੁਕਸਾਨ ਹੋਇਆ ਉਹ ਅਸੀਂ ਭੁਗਤ ਰਹੇ ਹਾਂ। ਘਰ ਘਰ ਕੈਂਸਰ ਵਾਲੇ ਮਰੀਜ਼ ਪਏ ਨੇ, ਘਰ ਘਰ ਸ਼ੂਗਰ ਵਾਲੇ ਆ। ਔਰ ਜਿਹੜੇ ਸਾਡੇ ਤੋਂ ਪਹਿਲੀ ਪੀੜ੍ਹੀ ਆ, ਹਾਂਜੀ, ਜਿਹੜੀ 80-90 ਦੇ ਦਹਾਕੇ ਦੀ ਪੀੜ੍ਹੀ, ਉਹਨੂੰ ਕਿਸੇ ਨੂੰ ਸ਼ੂਗਰ ਨਹੀਂ।
ਔਰ ਗਾਂ ਜਿਹੜੇ ਬੱਚੇ ਨੂੰ ਪੁੱਛੋ, ਹੁਣ ਦੱਸੋ ਜਿਹੜਾ ਹਾਰਟ ਅਟੈਕ ਆ ਉਹ 12 ਸਾਲ ਦੇ ਬੱਚੇ ਨੂੰ ਵੀ ਹੋ ਰਿਹਾ। ਜੀ ਕਿੱਡਾ ਸੋਚਣ ਵਾਲਾ ਵਿਸ਼ਾ ਆ ਕਿ ਬਾਡੀ ਤੋਂ ਉਹਦੀ ਹਾਲੇ ਪੂਰੀ ਡਿਵੈਲਪ ਹੀ ਨਹੀਂ ਹੋਈ। 18-19 ਸਾਲ ਤੱਕ ਸਾਡੀ ਡਿਵੈਲਪਮੈਂਟ ਜਿਹੜੀ ਬਾਡੀ ਦੀ ਹੁੰਦੀ ਰਹਿੰਦੀ ਆ, ਉਹ ਡਿਵੈਲਪਮੈਂਟ ਤਾਂ ਹੋਈ ਨਹੀਂ ਤੇ ਉਹਨੂੰ ਹਾਰਟ ਅਟੈਕ ਪਹਿਲਾਂ ਹੀ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਵਾਤਾਵਰਨ ਪ੍ਰਦੂਸ਼ਿਤ, ਆਕਸੀਜਨ, ਜਿਹੜਾ ਪਾਣੀ ਆ ਪੋਲੂਟਡ ਆ, ਹਾਂਜੀ, ਜਿਹੜਾ ਧਰਤੀ 'ਚੋਂ ਅਨਾਜ ਅਸੀਂ ਖਾ ਰਹੇ ਹਾਂ ਉਹ ਜ਼ਹਿਰੀਲਾ ਆ। ਇਸ ਕਰਕੇ ਇਹ ਸਾਰੀ ਜਿਹੜੀ ਫੂਡ ਚੇਨ ਅਤੇ ਵਾਤਾਵਰਨ ਜਿਹੜਾ ਸੀ ਇਹ ਸਾਰਾ ਹੀ ਬਰਬਾਦ ਅਸੀਂ ਕਰ ਲਿਆ। ਫਿਰ ਨੈਚੁਰਲ ਫਾਰਮਿੰਗ ਦੀ ਲੋੜ ਪਈ। ਡਾਕਟਰ ਭੈਣ ਜੀ ਬਹੁਤ ਸਿਆਣੇ ਨੇ, ਉਹਨਾਂ ਨੇ ਸੋਚਿਆ ਕਿ ਸਾਨੂੰ ਜਿਹੜਾ ਅਗਾਂਹ ਵੱਧ ਕੇ ਨੈਚੁਰਲ ਫਾਰਮਿੰਗ ਕਰਨੀ ਚਾਹੀਦੀ ਹੈ। ਸੁਭਾਸ਼ ਪਾਲੇਕਰ ਜੀ ਦਾ ਫਾਰਮੂਲਾ ਜਿਹੜਾ ਸੀ ਇਨ ਬਿਨ ਅਸੀਂ ਅਡਾਪਟ ਕਰ ਲਿਆ ਔਰ ਅਸੀਂ ਕਾਮਯਾਬ ਹੋ ਗਏ। ਪਰ ਇੱਥੇ ਇੱਕ ਸਵਾਲ ਇਹ ਪੈਦਾ ਹੁੰਦਾ ਵੀ ਜੀ ਕਿ ਅੱਜ ਅਸੀਂ ਗੱਲ ਕਰਦੇ ਹਾਂ ਕਿ ਕੁਦਰਤੀ ਖੇਤੀ ਜਿਹੜੀ ਉਹ ਬਹੁਤ ਜ਼ਰੂਰੀ ਆ। ਸ਼ਾਇਦ ਜਿਹੜਾ ਦੌਰ ਤੁਸੀਂ ਗੱਲ ਕੀਤੀ ਹੈ ਕਿ 2007 ਦੇ ਵਿੱਚ ਤੁਸੀਂ ਸ਼ੁਰੂ ਕੀਤੀ ਹੈ, 2007 ਤੋਂ ਲੈ ਕੇ 2022 ਤੱਕ ਦੇ ਇਸ ਦੌਰਾਨ ਜੇ ਆਪਾਂ ਗੱਲ ਕਰੀਏ, ਹਾਂਜੀ, ਪਿੰਗਲਵਾੜਾ ਸੁਸਾਇਟੀ ਵੱਲੋਂ ਜਿਹੜਾ ਹੈਗਾ ਆ ਆਰਗੈਨਿਕ ਖੇਤੀ ਵੱਲ ਧਿਆਨ ਦਿੱਤਾ ਗਿਆ ਤੇ ਅੱਜ ਜੇ ਆਪਾਂ ਗੱਲ ਕਰੀਏ ਤਾਂ ਬੜੇ ਵੱਡੇ ਪੱਧਰ ਤੇ ਜਿਹੜੀ ਕੁਦਰਤੀ ਖੇਤੀ ਉੱਥੇ ਕੀਤੀ ਜਾ ਰਹੀ ਆ। ਦੇਸ਼ਾਂ ਵਿਦੇਸ਼ਾਂ ਤੱਕ ਜਿਹੜਾ ਉੱਥੇ ਦਾ ਜਿਹੜਾ ਆ ਨਾਮ ਹੋ ਰਿਹਾ ਕਿ ਹਾਂ ਕਿ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਬੜੇ ਉਪਰਾਲੇ ਦੇ ਨਾਲ ਕੀਤੀ ਜਾ ਰਹੀ ਆ। ਪਰ ਜੇ ਆਪਾਂ ਪੂਰੇ ਭਾਰਤ ਦੀ ਗੱਲ ਕਰੀਏ, ਆਰਗੈਨਿਕ ਖੇਤੀ ਨੂੰ ਲੈ ਕੇ ਸਰਕਾਰਾਂ ਦਾ ਕੀ ਯੋਗਦਾਨ ਆ ਜਾਂ ਆਪਣਾ ਸਾਡੀਆਂ ਐਗਰੀਕਲਚਰ ਯੂਨੀਵਰਸਿਟੀਆਂ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਦਾ ਕੀ ਯੋਗਦਾਨ ਰਿਹਾ? ਦੇਖੋ, ਸਿੱਕਮ ਗਵਰਨਮੈਂਟ ਨੇ ਟੋਟਲ ਆਰਗੈਨਿਕ ਡਿਕਲੇਅਰ ਕਰ ਦਿੱਤਾ ਹੋਇਆ ਔਰ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਸਾਡੇ ਕੋਲ ਜਿੰਨਾ ਕੁ ਥੋੜ੍ਹਾ ਬਹੁਤਾ ਗਿਆਨ ਆ ਉਹ ਲੈ ਕੇ ਜਾਂਦੇ ਆ, ਉਹ ਵੀ ਖੇਤੀ ਕਰ ਰਹੇ ਆ। ਔਰ ਕੁਛ ਅਜਿਹੇ ਵੀਰ ਵੀ ਆ, ਮੋਗਾ ਦੇ ਵਿੱਚ ਮੇਰੇ ਡਿਪਟੀ ਕਮਿਸ਼ਨਰ ਵਾਕਮ ਸੀਗੇ, ਮੈਂ ਉਹਨਾਂ ਨੂੰ ਹੱਟ ਲੈ ਕੇ ਦਿੱਤੇ, ਉਹ ਆਪਣੀ ਸਬਜ਼ੀ ਖੁਦ ਜਿਹੜੀ ਆ ਕਿਸਾਨ ਜਿਹੜੇ ਆ ਉਹ ਵੇਚ ਰਹੇ ਆ। ਐਵੇਂ ਫਰੀਦਕੋਟ ਦੇ ਵਿੱਚ ਕਰ ਰਹੇ ਆ, ਬਠਿੰਡੇ ਸਾਡੇ ਵੀਰ ਨੇ, ਮਹਿਤਾ ਹਰਤੇਜ ਸਿੰਘ ਨੇ ਬਠਿੰਡੇ ਦੇ ਨਿੱਜੀ ਉਹ ਵੀ ਕਰ ਰਹੇ ਆ, ਔਰ ਹੋਰ ਬਹੁਤ ਸਾਰੇ ਵੀਰ ਨੇ, ਬੜੀ ਲੰਮੀ ਲਿਸਟ ਆ ਜਿਨ੍ਹਾਂ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਆ। ਔਰ ਬੜੇ ਸੁਚੱਜੇ ਢੰਗ ਦੇ ਨਾਲ ਵੀਰਾਂ ਨੇ ਗੁੜ ਬਣਾਉਣਾ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਆ, ਕਿਉਂਕਿ ਸਾਡੀ ਫਸਟ ਨੀਡ ਜਿਹੜੀ ਆ ਗੁੜ ਆ। ਖੰਡ ਜਿਹੜੀ ਆ ਇਹ ਸਾਡੀ ਫਸਟ ਨੀਡ ਨਹੀਂ, ਇਹ ਤਾਂ ਇਹਦੇ 'ਚ ਤਾਂ ਮਰਕਰੀ ਅਸੀਂ ਟੈਸਟ ਕਰਵਾ ਲਿਆ। ਔਰ ਗੁੜ ਜਿਹੜਾ ਮਤਲਬ ਹੁਣ ਤੁਸੀਂ ਦੇਖੋ, ਇੱਕ ਹੱਥ ਤੇ ਗੁੜ ਰੱਖੋ, ਇੱਕ ਤੇ ਖੰਡ ਰੱਖੋ, ਗੁੜ ਦਾ ਰੰਗ ਦੇਖੋ ਤੇ ਖੰਡ ਦਾ ਰੰਗ ਦੇਖੋ, ਤੁਸੀਂ ਸੋਚੋਗੇ ਵੀ ਇਹਦਾ ਰੰਗ ਚੇਂਜ ਕਰਕੇ ਅਸੀਂ ਇਹਨੂੰ ਵਾਈਟ ਕੀਤਾ ਤੇ ਇਹਦੇ ਵਿੱਚ ਕੀ ਕੁਛ ਅਸੀਂ ਮਿਲਾਇਆ, ਕਿੰਨੇ ਕੈਮੀਕਲਾਂ ਦੀ ਵਰਤੋਂ ਕੀਤੀ ਹੋਏਗੀ। ਫਿਰ ਤੁਹਾਡਾ ਜਿਹੜੀ ਸੋਚ ਉਸ ਵੇਲੇ ਬਦਲ ਜਾਏਗੀ ਕਿ ਸਾਨੂੰ ਗੁੜ ਖਾਣਾ ਚਾਹੀਦਾ, ਸਾਨੂੰ ਖੰਡ ਜਿਹੜਾ ਉਹ ਨਹੀਂ ਖਾਣੀ ਚਾਹੀਦੀ। ਇਵੇਂ ਜਿਹੜੀਆਂ ਸਾਡੀਆਂ ਦੂਜੀਆਂ ਸਬਜ਼ੀਆਂ ਸੀਗੀਆਂ ਉਹਨਾਂ ਨੂੰ ਮਤਲਬ ਇੰਨਾ ਜ਼ਹਿਰੀਲਾ ਅਸੀਂ ਜ਼ਹਿਰ ਛਿੜਕਿਆ ਔਰ ਉਹ ਜ਼ਹਿਰ ਜਿਹੜਾ ਸੀਗਾ ਜਦੋਂ ਛਿੜਕ ਦਿੱਤਾ, ਦੇਖੋ ਹੁਣ ਜਿਵੇਂ ਸੁਲਤਾਨਪੁਰ ਲੋਧੀ ਦੇ ਵਿੱਚ ਖਰਬੂਜਿਆਂ ਦਾ ਕੰਮ ਹੁੰਦਾ ਆ। ਖਰਬੂਜੇ ਜਦੋਂ ਤੋੜੇ ਜਾਂਦੇ ਆ, ਕੱਚੇ ਪੱਕੇ ਤੋੜ ਕੇ ਟਰਾਲੀ ਦੇ ਵਿੱਚ ਰੱਖ ਕੇ ਕੈਲਸ਼ੀਅਮ ਕਾਰਬਾਈਡ ਲਾ ਦਿੱਤੀ ਜਾਂਦੀ ਹੈ ਔਰ ਰਾਤ ਨੂੰ ਉਹਦੇ ਤੇ ਮੋਮਜਾਮਾ ਬੱਧਾ, ਸਵੇਰੇ ਮੋਮਜਾਮਾ ਲਾ ਦਿੱਤਾ। ਉਹ ਟਰਾਲੀ ਮੰਡੀ ਦੇ ਵਿੱਚ ਜਾ ਕੇ ਵਿਕੀ, ਇੱਕ ਟਰਾਲੀ 1000 ਬੰਦੇ ਨੇ ਖਾਣੀ ਆ। ਔਰ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਹੋਏ ਜਿਹੜੇ ਖਰਬੂਜੇ ਆ ਉਹ ਤੁਸੀਂ ਖਾ ਰਹੇ ਹੋ ਔਰ ਜਦੋਂ ਤੁਸੀਂ ਖਾਓਗੇ ਤੇ ਬਿਮਾਰ ਹੋਗੇ। ਔਰ ਮੇਰੇ ਕੋਲ ਬਹੁਤ ਸਾਰੇ ਕਿਸਾਨ ਵੀਰ ਆਉਂਦੇ ਆ, ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਘਰ ਕਦੀ ਉਹ ਖਰਬੂਜਾ ਖਾਧਾ? ਕਹਿੰਦੇ ਨਾ ਜੀ, ਤੁਸੀਂ ਸਾਡੇ ਕੋਲ ਜਾਓਗੇ, ਸਾਡਾ ਰਿਸ਼ਤੇਦਾਰ ਆਏਗਾ, ਅਸੀਂ ਉਹਨੂੰ ਵੀ ਨਹੀਂ ਖਵਾਵਾਂਗੇ। ਤੇ ਮੈਂ ਫਿਰ ਬਾਕੀ ਲੋਕਾਂ ਨਾਲ ਆਪਾਂ ਕਿਉਂ ਖਿਲਵਾੜ ਕਰ ਰਹੇ ਹਾਂ? ਉਹ ਕਹਿੰਦੇ ਜੀ ਅਸੀਂ ਤਾਂ ਪੈਸੇ ਕਮਾਉਣੇ ਆ, ਪੈਸੇ ਵੱਟਣੇ ਆ। ਹਾਂਜੀ, ਸੋ ਕਹਿਣ ਤੋਂ ਭਾਵੇਂ ਕਿ ਇਹ ਜਿਹੜੀ ਸਾਡੀ ਫੂਡ ਚੇਨ ਸੀਗੀ ਇਹ ਆਲ ਲਿਵਿੰਗ ਥਿੰਗ ਦੀ ਡਿਮਾਂਡ ਆ। ਜੇ ਪਾਣੀ ਆ ਤੇ ਉਹ ਮਤਲਬ ਨਮੀ ਜਿਹੜੀ ਆ ਉਹ ਪੌਦਾ ਵੀ ਲੈ ਰਿਹਾ ਆ, ਜੇ ਖੁਰਾਕ ਆ ਤੇ ਕੀਟ ਵੀ ਖਾ ਰਿਹਾ ਆ, ਉੜਦਾ ਪੰਛੀ ਨੇ ਵੀ ਖੁਰਾਕ ਖਾਣੀ ਆ, ਭਾਵੇਂ ਕੋਈ ਕਾਂ ਆ, ਬਟੇਰਾ ਆ, ਤਿੱਤਰ ਆ, ਤੋਤਾ ਆ, ਕੋਈ ਵੀ ਆ, ਸਾਰਿਆਂ ਦੀ ਨੀਡ ਜਿਹੜੀ ਆ ਉਹ ਪੂਰੀ ਹੋਣੀ ਆ। ਤੇ ਸਾਡੇ ਜਿਹੜੀਆਂ ਗਾਵਾਂ ਮੱਝਾਂ ਉਹਨਾਂ ਵੀ ਖਾਣੀਆਂ ਤੇ ਉਹਨਾਂ ਦਾ ਦੁੱਧ ਅਸੀਂ ਜਿਹੜਾ ਅੱਗੋਂ ਵਰਤੋਂ ਚ ਲਿਆਉਣਾ। ਇਹ ਸਾਰੀ ਫੂਡ ਚੇਨ ਦੇ ਵਿੱਚ ਜਿਹੜੀ ਸੀ ਗੜਬੜ ਹੋ ਗਈ। ਇਹ ਬੜਾ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਔਰ ਪਿੰਗਲਵਾੜੇ ਨੇ ਬਹੁਤ ਸਾਰੇ ਸੈਮੀਨਾਰ ਕੀਤੇ, ਮਾਲਵੇ ਦੇ ਵਿੱਚ ਵੀ ਕੀਤੇ ਆ, ਅਸੀਂ ਪਾਲਮਪੁਰ ਯੂਨੀਵਰਸਿਟੀ ਕੀਤੇ, ਬਠਿੰਡਾ ਯੂਨੀਵਰਸਿਟੀ 'ਚ ਵੀ ਮੈਂ ਗਿਆ, ਲਖਨਊ ਸ਼ੂਗਰ ਕੇਨ ਡਿਵੈਲਪਮੈਂਟ ਸੈਂਟਰ 'ਚ ਗਿਆ, IIT ਦਿੱਲੀ ਗਿਆ, ਪੂਸਾ ਇੰਸਟੀਚਿਊਟ 'ਚ ਵੀ ਮੈਨੂੰ ਬੁਲਾਇਆ ਗਿਆ ਪ੍ਰੋਫੈਸਰਾਂ ਨੂੰ ਲੈਕਚਰ ਦੇਣ ਵਾਸਤੇ। ਜਿਹੜੇ ਪ੍ਰੋਫੈਸਰ ਬੈਠੇ ਵਿਗਿਆਨੀ ਉਹਨਾਂ ਨੂੰ ਲੈਕਚਰ ਦੇਣ ਵਾਸਤੇ। ਬਿਲਕੁਲ, ਇੱਥੇ ਜੇ ਆਪਾਂ ਗੱਲ ਕਰੀਏ, ਇੱਕ ਹੁੰਦਾ ਕਿ ਪ੍ਰੈਕਟੀਕਲੀ ਤੁਸੀਂ ਜਿਹੜਾ ਕੰਮ ਕਰਦੇ ਹੋ ਤੇ ਇੱਕ ਸਿਰਫ ਥਿਊਰੀ ਪੜ੍ਹਦੀ, ਬੜਾ ਫਰਕ ਆ ਉਹਦੇ ਵਿੱਚ, ਕਿਉਂਕਿ ਅਸਲ ਦੇ ਵਿੱਚ ਗਰਾਊਂਡ ਲੈਵਲ ਤੇ ਜਿਹਨੇ ਕੰਮ ਕੀਤਾ ਹੋਵੇ ਉਹਨੂੰ ਐਕਸਪੀਰੀਅੰਸ ਜ਼ਿਆਦਾ ਹੁੰਦਾ ਕਿ ਕਿੱਥੇ ਕੀ ਕਮੀ ਆ ਤੇ ਕਿੱਥੇ ਕਈ ਚੀਜ਼ ਚਾਹੀਦੀ ਆ ਜਾਂ ਕਿੱਦਾਂ। ਜਗਰਾਜ ਸਿੰਘ ਸਰਾਜ ਜੀ, ਤੁਸੀਂ ਹਮੇਸ਼ਾ ਆਪਾਂ ਪ੍ਰੋਗਰਾਮ ਜੀਵਨ ਜਾਚ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਕਰਦੇ ਆ ਤੇ ਤੁਸੀਂ ਹਮੇਸ਼ਾ ਹਰੀ ਕ੍ਰਾਂਤੀ ਨੂੰ ਲੈ ਕੇ ਜਦੋਂ ਵੀ ਗੱਲ ਅਸੀਂ ਕਰਦੇ ਆ ਕਿ ਹਰੀ ਕ੍ਰਾਂਤੀ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਹਾਲਾਤ ਹੋਏ ਨੇ, ਪੰਜਾਬ ਦੇ ਕਿਸਾਨਾਂ ਦੇ ਹਾਲਾਤ ਹੋਏ ਨੇ, ਅੱਜ ਜਿਸ ਦੌਰ ਤੋਂ ਨਿਕਲਣਾ ਪੈ ਰਿਹਾ, ਉਸ ਚੀਜ਼ ਨੂੰ ਲੈ ਕੇ ਤੁਸੀਂ ਤੁਹਾਡੇ ਕੋਲ ਕਾਫੀ ਸਵਾਲ ਨੇ ਜਿਹੜੇ ਤੁਸੀਂ ਪੁੱਛ ਸਕਦੇ ਹੋ ਵੀਰ ਜੀ ਹੁਣਾਂ ਤੋਂ, ਸੋ ਮੈਂ ਉਹਨਾਂ ਦੇ ਬਾਰੇ ਜ਼ਰੂਰ ਜਾਣਕਾਰੀ ਲੈਣਾ ਚਾਹੂੰਗੀ। ਕਿਉਂਕਿ ਵੀਰ ਜੀ ਦੇਖੋ, ਗ੍ਰੀਨ ਰੈਵੋਲੂਸ਼ਨ, ਹਾਂਜੀ, ਪਹਿਲੀ ਗੱਲ ਤਾਂ ਇਹ ਆਈਡੀਆ ਕਿਹਦਾ ਸੀ, ਦੂਸਰਾ ਕਿ ਇਸ ਦੀ ਜ਼ਰੂਰਤ ਕਿਉਂ ਪਈ, ਤੇ ਨਾਲ ਹੀ ਇਹਦੇ
ਕਿ ਪੰਜਾਬ ਤੇ ਹਰਿਆਣੇ ਨੂੰ ਇਹਨਾਂ ਨੇ ਕਿਉਂ ਚੁਣਿਆ? ਦੇਖੋ, ਜਿਹੜਾ ਗ੍ਰੀਨ ਰੈਵੋਲੂਸ਼ਨ ਆ, ਇਹ ਕੋਈ ਰਜਿਸਟਰਡ ਨਾਰਾ ਨਹੀਂ ਹੈਗਾ। ਮੇਰੀ ਵਾਈਸ ਚਾਂਸਲਰ ਮਨਜੀਤ ਸਿੰਘ ਜੀ ਕੰਗ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ VC ਰਹੇ ਨੇ, ਉਹਨਾਂ ਨਾਲ ਮੇਰੀ ਗੱਲ ਹੋਈ, ਮੀਟਿੰਗ ਹੋਈ, ਔਰ ਇਹ ਜਿਹੜਾ ਨਾਰਾ ਸੀ ਇਹ ਆਪੇ ਹੀ ਬਣਾਇਆ ਗਿਆ। ਔਰ ਉਹਦੇ ਵਿੱਚ ਜਿਹੜੀ ਮਨਸੈਂਟੋ ਕੰਪਨੀ, ਐਕਸਲ, ਬਾਇਰ ਕੰਪਨੀਆਂ ਜਿਹੜੀਆਂ ਸੀਗੀਆਂ, ਔਰ ਉਹਨਾਂ ਦਾ ਮਨਸੈਂਟੋ ਕੰਪਨੀ ਦਾ ਐਡਾ ਵੱਡਾ ਬਜਟ ਸੀਗਾ, ਉਹਨਾਂ ਨੇ ਪੈਸਟੀਸਾਈਡ, ਇਨਸੈਕਟੀਸਾਈਡ ਔਰ ਫਰਟੀਲਾਈਜ਼ਰ ਜਿਹੜੀਆਂ ਸੀਗੀਆਂ ਤਿਆਰ ਕਰਦੀਆਂ ਕੰਪਨੀਆਂ ਸੀਗੀਆਂ, ਇਹਨਾਂ ਨੇ ਜਾ ਕੇ ਜਦੋਂ ਜ਼ਿਮੀਂਦਾਰ ਦੇ ਉੱਤੇ ਪਹਿਲਾਂ ਤਾਂ ਫ੍ਰੀ ਦੇ ਵਿੱਚ ਇਹਨਾਂ ਨੇ ਖਾਦਾਂ ਜਿਹੜੀਆਂ ਸੀ ਲੋਕਾਂ ਨੂੰ ਵੰਡੀਆਂ ਕਿ ਤੁਸੀਂ ਪ੍ਰੈਕਟੀਕਲ ਕਰਕੇ ਵੇਖੋ। ਜਿਵੇਂ ਕਿਸੇ ਨੂੰ ਫੀਮ ਤੇ ਲਾਉਣਾ ਹੋਵੇ ਤੇ ਪਹਿਲਾਂ ਉਹਨੂੰ ਕੋਲੋਂ ਫੀਮ ਨਸ਼ਾ ਕੋਲੋਂ ਦਿੱਤਾ ਜਾਂਦਾ, ਜਦੋਂ ਲੱਗ ਜਾਂਦਾ ਆ ਤੇ ਫਿਰ ਵਿਚਾਰੇ ਤੇ ਪ੍ਰਭਾਵ ਉਲਟਾ ਪੈ ਜਾਂਦਾ ਆ। ਸੋ ਇਹਨਾਂ ਨੇ ਉਹ ਫ੍ਰੀ ਦੇ ਵਿੱਚ ਦੇ ਕੇ ਤੇ ਐਕਸਪੈਰੀਮੈਂਟ ਕਰ ਕਰਕੇ ਦਿਖਾਇਆ ਵੀ ਇੰਨੀ ਜੀਲਡ ਵੱਧ ਜਾਏਗੀ, ਜੱਟ ਨੂੰ ਕੰਮ ਘੱਟ ਕਰਨਾ ਪਏਗਾ। ਔਰ ਨਾਲ ਹੀ ਜਿਹੜੀ ਮਸ਼ੀਨਰੀ ਸੀ, ਬੇਤਹਾਸ਼ਾ ਮਸ਼ੀਨਰੀ ਜਿਹੜੀ ਸੀ, ਉਹ ਮੈਂ ਤਾਂ ਐਗਰੀਕਲਚਰ ਯੂਨੀਵਰਸਿਟੀ ਨੂੰ ਵੀ ਕੋਸਦਾ ਰਹਿਣਾ ਕਿ ਉਹਨੇ ਐਕਸਟੈਂਸ਼ਨ ਕੀਤੀ। ਉਹਨੂੰ ਚਾਹੀਦਾ ਸੀ ਰਿਸਰਚ ਵਰਕ, ਔਰ ਉਹ 2 ਵਾਰਾਂ ਸਾਲ 'ਚ ਮੇਲਾ ਲਾ ਕੇ ਵੱਡੇ ਵੱਡੇ ਟਰੈਕਟਰ, ਵੱਡੀਆਂ ਵੱਡੀਆਂ ਕੰਬਾਈਨਾਂ, ਐਗਰੀਕਲਚਰ ਇੰਸਟਰੂਮੈਂਟ ਜਿਹੜੇ ਆ ਦਿਖਾਉਂਦੇ ਆ। ਔਰ ਜਦੋਂ ਦਿਖਾਉਂਦੇ ਆ ਤੇ ਜੱਟ ਜਿਹੜਾ ਸੀ ਕਰਜ਼ੇ ਵਿੱਚ ਚਲੇ ਗਿਆ। ਅਗਲੇ ਪਾਸੇ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਪ੍ਰੋਸੈਸਿੰਗ ਯੂਨਿਟ ਨਹੀਂ ਲਾਏ। ਪ੍ਰੋਸੈਸਿੰਗ ਯੂਨਿਟ ਤੁਸੀਂ ਦੇਖੋ ਨਾ, ਮੱਕੀ ਤੋਂ ਕਈ ਆਈਟਮਾਂ ਬਣਦੀਆਂ, ਮੱਕੀ ਤੋਂ ਆਇਲ ਵੀ ਬਣ ਰਿਹਾ, ਮੱਕੀ ਤੋਂ ਗਲੂਕੋਜ਼ ਜਿਹੜਾ ਲੱਗਦਾ ਉਹ ਵੀ ਆ, ਮੱਕੀ ਤੋਂ ਖੰਡ ਵੀ ਬਣ ਰਹੀ ਆ, ਕਿ ਬਾਈ ਕੰਟਰੀ 'ਚ ਬਣਾ ਰਹੇ ਆ। ਔਰ ਇਹ ਪ੍ਰੋਸੈਸਿੰਗ ਯੂਨਿਟ ਲੱਗਦੇ ਤੇ ਜੱਟ ਦੀ ਜੇਬ 'ਚ ਪੈਸਾ ਆਉਣਾ ਸੀਗਾ। ਜੱਟ ਵੱਲ ਸਮੇਂ ਦੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜੀ। ਔਰ ਜੇ ਜੱਟ ਵੱਲ ਧਿਆਨ ਦਿੱਤਾ ਹੁੰਦਾ ਤੇ ਜੱਟ ਜਿਹੜਾ ਸੀਗਾ ਉਹ ਸੁਸਾਈਡ ਨਾ ਕਰਦਾ, ਉਹ ਕੰਗਾਲੀ ਦੀ ਜ਼ਿੰਦਗੀ ਵਿੱਚ ਨਾ ਜਾਂਦਾ। ਠੀਕ ਆ, ਜੱਟ ਦਾ ਬੜਾ ਵੱਡਪਣ ਆ ਕਿ ਉਹਨੇ ਵਿਚਾਰੇ ਨੇ ਕਦੀ ਹਿਸਾਬ ਨਹੀਂ ਕੀਤਾ ਕਿ ਮੈਂ ਕੀ ਖੱਟਿਆ ਤੇ ਕੀ ਗਵਾਇਆ। ਹੁਣ ਤੁਸੀਂ ਦੇਖੋ, ਪੱਕੀ ਫਸਲ ਆ, ਗਲੇ ਪੈ ਗਏ, ਫਸਲ ਬਰਬਾਦ ਹੋ ਗਈ। ਮੀਂਹ ਪੈ ਗਿਆ, ਫਸਲ ਬਰਬਾਦ ਹੋ ਗਈ। ਹਾਂਜੀ, ਕੋਈ ਕੁਦਰਤੀ ਆਫਤ ਆਈ, ਹਾਂਜੀ, ਤੇ ਫਸਲ ਜਿਹੜੀ ਸੀ ਬਰਬਾਦ ਹੋ ਗਈ। ਔਰ ਕੀ ਜਿਹੜਾ ਹਟਵਾਣੀਆਂ ਆ ਉਹ ਇਹ ਜਰ ਸਕਦਾ? ਉਹਦੇ ਅੰਦਰ ਪਿਆ ਮਾਲ ਆ, ਉਹਨੂੰ ਪਤਾ ਆ ਵੀ ਕੱਲ ਰੇਟ ਆ ਸੀ ਤੇ ਅੱਜ ਰੇਟ ਆ ਆ। ਔਰ ਜੱਟ ਵਿਚਾਰਾ ਜਿਹੜਾ ਆ, ਉਹ ਪਰਮਾਤਮਾ ਦੀ ਐਡੀ ਕਿਰਪਾ ਆ ਵੀ ਉਹ ਵਿਚਾਰਾ ਹਿਸਾਬ ਨਹੀਂ ਕਰਦਾ। ਜੇ ਹਿਸਾਬ ਕਰੇ ਤਾਂ ਖੇਤੀ ਨਹੀਂ ਕਰ ਸਕਦਾ। ਮੈਂ ਅੱਗੇ ਵੀ ਕਈ ਵਾਰ ਸਟੇਜਾਂ ਤੇ ਬੋਲਦਾ ਕਿ ਦੁੱਧ 60 ਰੁਪਏ ਕਿਲੋ ਘਰ ਪੈਂਦਾ, ਔਰ ਪੰਜਾਬ ਦਾ ਜੱਟ ਜਿਹੜਾ, ਹਰਿਆਣੇ ਦਾ ਜ਼ਿਮੀਂਦਾਰ ਜਿਹੜਾ ਆ, ਉਹ ਦੁੱਧ 35 ਤੋਂ 40 ਰੁਪਏ ਸੇਲ ਕਰ ਰਿਹਾ। ਇਹਦਾ ਮਤਲਬ 20 ਰੁਪਏ ਪਰ ਕੇਜੀ ਉਹਨੂੰ ਰੋਜ਼ ਘਾਟਾ ਪੈ ਰਿਹਾ, ਔਰ ਫਿਰ ਵੀ ਉਹ ਗਾਵਾਂ ਮੱਝਾਂ ਪਾਲ ਰਿਹਾ ਵਿਚਾਰਾ। ਇਹ ਪ੍ਰੋਬਲਮ ਨੇ। ਹਾਂਜੀ, ਤੇ ਦੂਸਰੇ ਨੰਬਰ ਤੇ ਇਹ ਵੀ ਮੈਂ ਪੁੱਛਣਾ ਚਾਹਾਂਗਾ ਕਿ ਦੇਖੋ, ਅਸੀਂ ਜਦੋਂ NRI ਜਾਂਦੇ ਹਾਂ ਇੰਡੀਆ, ਤੇ ਦਿੱਲੀ ਤੋਂ ਉਤਰਨ ਤੱਕ, ਪੰਜਾਬ ਤੱਕ ਜਾਣ ਤੱਕ ਵੱਡੇ ਵੱਡੇ ਬੋਰਡ ਪੋਲੀਟੀਕਲ ਲੀਡਰਾਂ ਦੇ, ਉਹਨਾਂ ਦੀਆਂ ਪਿਕਚਰਾਂ ਲੱਗੀਆਂ ਹੁੰਦੀਆਂ ਥਾਂ ਥਾਂ ਤੇ। ਜਿੱਥੇ ਆਪਾਂ ਲਿਟਰੇਚਰ ਵੰਡਦੇ ਹਾਂ, ਸਮਾਜ ਸੇਵੀ ਸੰਸਥਾਵਾਂ ਲਿਟਰੇਚਰ ਵੰਡਦੀਆਂ, ਜੇ ਉਹ ਇੱਦਾਂ ਦੇ ਹੋਰਡਿੰਗਾਂ ਤੇ ਉਹ ਲਿਖਿਆ ਹੋਏ ਕਿ ਜੇ ਤੁਸੀਂ ਕਿਸੇ ਦੇ ਬੱਚੇ ਨੂੰ ਜ਼ਹਿਰ ਖਵਾਉਂਦੇ ਹੋ ਤਾਂ ਤੁਹਾਡੇ ਬੱਚੇ ਨੂੰ ਵੀ ਕੋਈ ਜ਼ਹਿਰ ਖਵਾ ਸਕਦਾ ਹੈ। ਬਿਲਕੁਲ ਬਿਲਕੁਲ। ਜੇ ਇੱਦਾਂ ਦੇ ਇਸ਼ਤਿਹਾਰ ਲੱਗੇ ਹੋਣ ਤੇ ਜਿਹੜੇ ਬੰਦੇ ਕਹਿੰਦੇ ਆ ਜੀ ਮੈਂ 2 ਕਨਾਲ ਜ਼ਮੀਨ ਆਪਣੇ ਵਾਸਤੇ ਫਸਲ ਆ ਜਿਹੜੀ ਆਰਗੈਨਿਕ ਬਣਾਉਣਾ ਹੈ, ਦੂਜੀ ਸਾਰੀ ਉਹੀ ਦੂਜਿਆਂ ਨੂੰ ਜ਼ਹਿਰ ਹੀ ਖਵਾਉਣੀ ਹੈ, ਤੇ ਉਹ 100 ਵਾਰੀ ਸੋਚੇਗਾ ਕਿ ਅੱਜ ਮੈਂ ਆ ਜ਼ਹਿਰ ਪਾ ਕੇ ਜ਼ਹਿਰ ਲੋਕਾਂ ਨੂੰ ਖਵਾ ਰਿਹਾ ਤੇ ਕੋਈ ਹੋਰ ਵੀ ਜ਼ਹਿਰ ਉਗਾ ਰਿਹਾ ਜਿਹੜੇ ਮੇਰੇ ਬੱਚੇ ਖਾਣਗੇ। ਇੱਦਾਂ ਦੇ ਜਿਹੜੇ ਇਸ਼ਤਿਹਾਰ ਲੱਗਣ, ਸਮਾਜ ਸੇਵੀ, ਠੀਕ ਹੈ, ਉਹਨਾਂ ਕੋਲੇ ਫੰਡ ਇੰਨੇ ਨਹੀਂ ਹੈਗੇ ਕਿਉਂਕਿ ਉਹਨਾਂ ਦੇ ਆਪਦੇ ਹੀ ਇੰਨੇ, ਜਿਵੇਂ ਪਿੰਗਲਵਾੜੇ ਦੇ ਮਰੀਜ਼ 1800 ਮਰੀਜ਼ ਆ ਤੇ 7 ਲੱਖ ਰੁਪਈਆ ਦਿਹਾੜੀ ਦਾ ਖਰਚਾ ਹੈ। ਪਰ ਆਪਾਂ ਜਿਹੜੇ ਦਾਨੀ ਹੈ, ਆਪਾਂ ਦਾਨ ਹੀ ਇਹ ਵੀ ਨਾਲ ਰੱਖੀਏ ਬਜਟ ਕਿ ਅਸੀਂ ਇੱਦਾਂ ਦੇ ਇਸ਼ਤਿਹਾਰਾਂ ਵਾਸਤੇ ਵੀ ਦਾਨ ਕਰੀਏ ਤਾਂ ਕਿ ਆਈ ਓਪਨਿੰਗ, ਲੋਕਾਂ ਨੂੰ ਵਾਰਨਿੰਗ ਹੋਏ ਕਿ ਵੀ ਡੂ, ਜੇ ਅਸੀਂ ਗਲਤ ਕਰਦੇ ਹਾਂ ਤਾਂ ਸਾਡੇ ਵਾਸਤੇ ਵੀ ਗਲਤ ਕਰਨ ਨੂੰ ਕੋਈ ਤਿਆਰ ਹੈ ਨਹੀਂ। ਬਿਲਕੁਲ, ਇੱਥੇ ਤੁਸੀਂ ਸਹੀ ਕਿਹਾ ਜਗਰਾਜ ਸਿੰਘ ਸਰਾਜ ਜੀ। ਜੇ ਆਪਾਂ ਗੱਲ ਕਰੀਏ ਤਾਂ ਅੱਜ ਜੋ ਹਾਲਾਤ ਭਾਰਤ ਦੇ ਵਿੱਚ ਬਣਦੇ ਜਾ ਰਹੇ ਨੇ, ਬਾਕੀ ਕੰਟਰੀਆਂ ਦੇ ਮੁਕਾਬਲੇ ਆਪਾਂ ਜਦੋਂ ਭਾਰਤ ਦੇ ਵਿੱਚ ਦੇਖਦੇ ਹਾਂ, ਜਿਵੇਂ ਤੁਸੀਂ ਪੋਲੀਟੀਸ਼ੀਅਨਸ ਦੀ ਗੱਲ ਕੀਤੀ ਆ, ਇਹ ਬਿਲਕੁਲ ਸੱਚਾਈ ਆ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ, ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਪੈਸੇ ਦੀ ਵਰਤੋਂ ਪੋਲੀਟੀਸ਼ੀਅਨ ਜਾਂ ਜਿਹੜੀਆਂ ਪਾਰਟੀਆਂ ਨੇ ਉਹ ਆਪਣੀ ਪ੍ਰਮੋਸ਼ਨ ਕਰਨ ਤੇ ਲਾਉਂਦੀਆਂ ਨੇ। ਜੇ ਉਹੀ ਪੈਸਾ ਜਿਹੜਾ ਹੈਗਾ ਗਰੀਬਾਂ ਦੇ ਸਹਿਯੋਗ ਲਈ ਹੋਵੇ, ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਾਗਰੂਕ ਕਰਨ ਦੇ ਲਈ ਵਰਤਿਆ ਜਾਵੇ ਤਾਂ ਬਹੁਤ ਕੁਝ ਕੀਤਾ ਜਾ ਸਕਦਾ। ਮੇਰੇ ਖਿਆਲ ਨਾਲ ਇਹਦੇ ਵਿੱਚ ਰਾਜਵੀਰ ਸਿੰਘ ਜੀ ਹੁਣ ਵਧੀਆ ਜਿਹੜਾ ਜਵਾਬ ਇਹਦਾ ਦੇ ਸਕਦੇ ਨੇ ਕਿ ਇਹਦਾ ਕੀ ਹੱਲ ਹੋ ਸਕਦਾ ਜਾਂ ਕਿਵੇਂ ਹੋ ਸਕਦਾ। ਦੇਖੋ ਜੀ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਪੰਡਿਤ ਨਹਿਰੂ ਜੀ ਪ੍ਰਧਾਨ ਮੰਤਰੀ ਬਣੇ ਜੀ, ਉਹਨਾਂ ਨੇ ਕੋਆਪਰੇਟਿਵ ਸਿਸਟਮ ਜਰਮਨ ਤੋਂ ਲੈ ਕੇ ਆਏ ਜੀ।
ਜਰਮਨ ਜਿਹੜਾ ਸੀ ਉਹ ਕੋਆਪਰੇਟਿਵ ਸਿਸਟਮ ਦੇ ਵਿੱਚ ਤੁਸੀਂ ਪੜ੍ਹਿਆ ਹੋਊ, ਮੈਂ ਵੀ ਪੜ੍ਹਿਆ ਹੋਊ, ਮੈਨੂੰ ਉੱਥੇ ਵਿਜ਼ਿਟ ਕਰਨ ਦਾ ਵੀ 2-4 ਵਾਰ ਮੌਕਾ ਮਿਲਿਆ ਜੀ ਔਰ ਬਹੁਤ ਅੱਗੇ ਨਿਕਲ ਗਿਆ, ਯੂਰਪ ਨੂੰ ਹੈਂਡਲ ਕਰ ਰਿਹਾ ਹੈ, ਯੂਰੋ ਨੂੰ ਹੈਂਡਲ ਕਰ ਰਿਹਾ। ਜੀ ਜਿਹੜਾ ਸਾਡੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਕੋਆਪਰੇਟਿਵ ਸਿਸਟਮ ਆਇਆ ਸੀਗਾ, ਉਹ ਜਿਹੜੇ ਸਾਡੇ ਜ਼ਿਮੀਂਦਾਰ ਵੀਰ ਸੀਗੇ, ਹਾਂਜੀ, ਉਹਨਾਂ ਨੂੰ ਵਿਚਾਰਿਆਂ ਨੂੰ ਬਹੁਤਾ ਇਲਮ ਨਹੀਂ ਸੀ। ਉਹਨਾਂ ਦਾ ਤੇ ਕੰਮ ਹੈ ਵੀ ਖੇਤ 'ਚ ਜਾਣਾ, ਹਲ ਵਾਹੁਣਾ, ਪਸ਼ੂਆਂ ਨੂੰ ਪੱਠੇ ਪਾਉਣੇ, ਜਾਂ ਕਿਤੇ ਰਿਸ਼ਤੇ ਨਾਤੇ ਦੇ ਵਿੱਚ ਖੁਸ਼ੀ ਗਮੀ ਦੇ ਵਿੱਚ ਜਾਣਾ, ਔਰ ਆਪਣੇ ਬੱਚੇ ਦੀ ਪੜ੍ਹਾਈ ਦਾ ਵੀ ਖਿਆਲ ਜਿਹੜਾ ਸੀ ਉਹ ਕਰਨਾ ਹੁੰਦਾ ਸੀਗਾ। ਉਹ ਜਿਹੜੇ ਅਹਿਲਕਾਰ ਸਰਕਾਰੀ ਸੀਗੇ, ਇਹਨਾਂ ਕੋਆਪਰੇਟਿਵ ਸਿਸਟਮ ਨੂੰ ਪੂਰੀ ਤਰ੍ਹਾਂ ਫੇਲ ਕਰਵਾ ਦਿੱਤਾ, ਕਿਉਂਕਿ ਜੱਟ ਦਾ ਜਿੰਨਾ ਪਰਚੇਜ ਉਹਨੇ ਕਰਨਾ, ਉਹ ਪੈਸਾ ਪ੍ਰੋਫਿਟ ਜਿਹੜਾ ਸੀਗਾ ਉਹ ਫਿਰ ਉਹਦੇ ਵਿੱਚ ਵੰਡਿਆ ਜਾਣਾ ਹੈ। ਕੋਆਪਰੇਟਿਵ ਸਿਸਟਮ ਦਾ ਮਤਲਬ ਇਹ ਸੀਗਾ। ਇੱਕ ਤਾਂ ਡਰਾਬੈਕ ਇਹ ਬਹੁਤ ਵੱਡਾ ਆਇਆ ਕਿ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਸੀ ਸਿਰਫ ਪੰਜਾਬ ਦੇ ਵਿੱਚ 2 ਚੱਲ ਰਹੀਆਂ ਜੀ, ਲਾਂਬੜਾ ਕਾਂਗੜੀ ਡਿਸਟ੍ਰਿਕਟ ਹੁਸ਼ਿਆਰਪੁਰ ਬੁੱਲੋਵਾਰ ਰੋਡ, ਔਰ ਇੱਕ ਅਜਾਲੀ ਸੁਸਾਇਟੀ ਜਿਹੜੀ ਆ ਉਹ ਸਹੀ ਤਰੀਕੇ ਨਾਲ ਚੱਲ ਰਹੀ ਆ, ਜਿਨ੍ਹਾਂ ਦੇ ਕੋਲ ਡੀਜ਼ਲ ਪੰਪ ਵੀ ਨੇ, ਟਰੈਕਟਰ ਵੀ ਨੇ, ਜਿਮ ਵੀ ਬੱਚਿਆਂ ਵਾਸਤੇ, ਮਿਊਜ਼ੀਅਮ ਹਾਲ ਵੀ ਆ, ਡੇਲੀ ਨੀਡ ਦੀਆਂ ਆਈਟਮਾਂ, ਰਾਸ਼ਨ ਦੀ ਦੁਕਾਨ ਵੀ ਆ, ਕੱਪੜੇ ਦੀ ਦੁਕਾਨ ਵੀ ਆ। ਔਰ ਜੇ ਇਸ ਤਰ੍ਹਾਂ ਸੁਸਾਇਟੀਆਂ ਚੱਲਦੀਆਂ ਹੁੰਦੀਆਂ ਤੇ ਜ਼ਿਮੀਂਦਾਰ ਦੀ ਇਹ ਹਾਲਤ ਜਿਹੜੀ ਸੀ ਨਹੀਂ ਹੋਣੀ। ਦੂਜੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਜਿਹੜੀ ਆ ਪ੍ਰਮੋਸ਼ਨ ਹੋਈ ਕਿ ਜਿਹੜੀ ਜ਼ਮੀਨ ਸੀ ਉਹ ਤੇ ਸੁੰਗੜ ਗਈ ਤੇ ਟਰੈਕਟਰ ਵੱਡੇ ਹੋ ਗਏ। ਦੇਖੋ ਕਿੰਨੀ ਮਤਲਬ ਅਚਰਜ ਗੱਲ ਆ ਕਿ ਜ਼ਮੀਨ ਸੁੰਗੜ ਗਈ ਆ ਔਰ ਟਰੈਕਟਰ ਜਿਹੜੇ ਆ ਵੱਡੇ ਹੋ ਗਏ ਆ, ਔਰ ਜਿਹੜਾ ਜ਼ਿਮੀਂਦਾਰ ਸੀਗਾ ਉਹ ਵਿਚਾਰਾ ਕਰਜ਼ੇ ਦੇ ਵਿੱਚ ਗ੍ਰਿਫਤ ਹੋ ਗਿਆ। ਔਰ ਇਹ ਮਤਲਬ ਜਿਹੜੀ ਵੱਡੀਆਂ ਮਸ਼ੀਨਰੀਆਂ ਸੀਗੀਆਂ ਇਹ ਨਹੀਂ ਸੀ ਆਉਣੀਆਂ ਚਾਹੀਦੀਆਂ, ਔਰ ਫਿਰ ਬੈਂਕਾਂ ਨੇ ਆਪਣਾ ਪ੍ਰੋਫਿਟ ਜਿਹੜਾ ਸੀ ਲੈਣਾ ਸੀਗਾ, ਉਹਨਾਂ ਆਪਣਾ ਸ਼ੋਅ ਕਰਨਾ ਸੀ ਵੀ ਅਸੀਂ ਇੰਨਾ ਪੈਸਾ ਜਿਹੜਾ ਐਡਵਾਂਸ ਕਰ ਦਿੱਤਾ, ਇੰਨਾ ਲੋਨ ਕਰ ਦਿੱਤਾ। ਉਹ ਜ਼ਿਮੀਂਦਾਰਾਂ ਦੇ ਮਗਰ ਫਿਰ ਕੇ ਤੁਸੀਂ ਟਰੈਕਟਰ ਲੈ ਜਾਓ ਜੀ, ਤੁਹਾਡਾ ਲੋਨ ਕਰ ਦਿੰਦੇ ਹਾਂ ਜੀ, ਲੋਨ ਕਰ ਦਿੱਤਾ। ਫਿਰ ਸਰਕਾਰਾਂ ਨੇ ਸੁਪਨੇ ਦਿਖਾਤੇ ਕਿ ਅਸੀਂ ਲੋਨ ਮਾਫ ਕਰ ਦਿਆਂਗੇ, ਹਾਂਜੀ, ਨਾ ਜੱਟ ਦਾ ਲੋਨ ਮਾਫ ਕੀਤਾ, ਨਾ ਜੱਟ ਲਈ ਪ੍ਰੋਸੈਸਿੰਗ ਯੂਨਿਟ ਲੈ ਕੇ ਆਂਦਾ, ਨਾ ਡਿਪਾਰਟਮੈਂਟ ਐਗਰੀਕਲਚਰ ਨੇ, ਮੈਂ ਸੱਚ ਕਹਿ ਦਿਆਂ ਕੋਈ ਹਰਜ ਨਹੀਂ, ਜੱਟ ਤੱਕ ਅਪਰੋਚ ਕੀਤੀ, ਉਹਦੇ ਖੇਤ ਦੇ ਬੰਨੇ ਤੇ ਜਾ ਕੇ ਉਹਨੂੰ ਗਾਈਡ ਨਹੀਂ ਕੀਤਾ। ਔਰ ਇਹ ਸਾਰਾ ਕੁਝ ਜਿਹੜਾ ਸੀਗਾ ਇਹ ਜ਼ਿਮੀਂਦਾਰ ਦਾ ਨੁਕਸਾਨ ਹੋਇਆ। ਬਿਲਕੁਲ ਵੀ ਜੀ, ਸਹੀ ਕਿਹਾ। ਇੱਥੇ ਤੁਸੀਂ ਜਿਹੜੀ ਅੱਜ ਦੇ ਹਾਲਾਤ ਨੇ ਉਹਨਾਂ ਨੂੰ ਲੈ ਕੇ ਦੇਖੀਏ ਤਾਂ ਜੋ ਪੰਜਾਬ ਦੇ ਅੱਜ ਹਾਲਾਤ ਬਣੇ ਹੋਏ ਨੇ, ਖਾਸ ਕਰਕੇ ਕਿਸਾਨੀ ਨੂੰ ਲੈ ਕੇ ਆਪਾਂ ਦੇਖਦੇ ਹਾਂ ਤਾਂ ਉਹਦੇ ਵਿੱਚ ਹਰੀ ਕ੍ਰਾਂਤੀ ਦੇ ਨਾਂ ਤੇ ਜੋ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੇ ਨਾਲ ਹੋਇਆ ਆ ਉਹਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਤੇ ਨਾਲ ਦੇ ਨਾਲ ਜਗਰਾਜ ਸਿੰਘ ਸਾਹਿਬ ਜੀ ਨੇ ਇੱਕ ਸਵਾਲ ਕੀਤਾ ਸੀਗਾ ਕਿ ਭਾਰਤ ਵਿੱਚ ਜਦੋਂ ਹਰੀ ਕ੍ਰਾਂਤੀ ਆਈ ਤੇ ਸਿਰਫ ਹਰਿਆਣਾ ਤੇ ਪੰਜਾਬ ਨੂੰ ਕਿਉਂ ਜਿਹੜਾ ਆ ਉਹ ਲਿਆ ਗਿਆ ਕਿ ਇਹਦੇ ਵਿੱਚ ਹੀ ਹਰੀ ਕ੍ਰਾਂਤੀ ਜਿਹੜੀ ਸ਼ੁਰੂ ਹੋਣੀ ਆ? ਉਹ ਇਸ ਕਰਕੇ ਕਿ ਪੰਜਾਬ ਦੀ ਜਿਹੜੀ ਧਰਤੀ ਸੀ ਬੜੀ ਜ਼ਰਖੇਜ਼ ਜ਼ਮੀਨ ਸੀ, ਪੱਧਰੀ ਜ਼ਮੀਨ ਸੀਗੀ, ਹਾਂਜੀ, ਫਰਟਾਈਲ ਜ਼ਮੀਨ ਸੀਗੀ, ਔਰ ਲੋਕ ਮਿਹਨਤੀ ਸਨ, ਹਾਂਜੀ। ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੀ ਬਿਹਾਰੀ ਲੋਕ ਨੇ ਉਹਨਾਂ ਖੇਤੀ ਪੰਜਾਬੀਆਂ ਤੋਂ ਸਿੱਖੀ ਆ, ਯੂਪੀ ਦੇ ਲੋਕਾਂ ਨੇ ਪੰਜਾਬੀਆਂ ਕੋਲ, ਜਦੋਂ ਆਪਣੇ ਪੰਜਾਬ ਦੇ ਲੋਕਾਂ ਨੇ ਯੂਪੀ ਜਾ ਕੇ ਜ਼ਮੀਨ ਖਰੀਦੀ ਔਰ ਉਹਨਾਂ ਯੂਪੀ ਦੇ ਲੋਕਾਂ ਨੂੰ ਵੀ ਖੇਤੀ ਕਰਨੀ ਦੱਸੀ ਤੇ ਆਪ ਵੀ ਜਾ ਕੇ ਉੱਥੇ ਮਿਹਨਤ ਕੀਤੀ। ਔਰ ਇਹ ਜਿਹੜਾ ਇੱਕ ਹੀ ਪੰਜਾਬ ਸੀਗਾ, ਔਰ ਇਹ ਜਿਹੜੇ ਪੰਜਾਬੀ ਸੀ ਇਹ ਇੰਨੇ ਮਿਹਨਤਕਸ਼ ਲੋਕ ਨੇ, ਰਾਤ ਦਿਨ ਕੰਮ ਕਰਨ। ਜਿਹੜੀ ਖੇਤੀ ਆ ਇਹਦਾ ਕੋਈ ਟਾਈਮ ਨਹੀਂ, ਇਹ 24 ਆਵਰ ਜੌਬ ਆ ਖੇਤੀ। ਤੁਹਾਡਾ ਲਾਈਟ ਰਾਤ ਨੂੰ ਆ ਰਹੀ ਆ, ਤੁਸੀਂ ਟਰੈਕਟਰ ਰਾਤ ਨੂੰ ਜਾ ਕੇ ਵਾਹ ਰਹੇ ਹੋ ਕਿਉਂਕਿ ਮਜਬੂਰੀ ਆ ਜੱਟ ਦੀ, ਉਹਨੂੰ ਟਰੈਕਟਰ ਰਾਤ ਵੀ ਵਾਹੁਣਾ ਪੈਂਦਾ ਆ। ਔਰ ਇੱਥੋਂ ਤੱਕ ਕਿ ਥ੍ਰੈਸ਼ਰ ਸਾਰੀ ਰਾਤ ਚੱਲਦੇ ਸੀਗੇ, ਜ਼ਿਮੀਂਦਾਰ ਵਿਚਾਰਾ ਨੀਂਦਰੇ 'ਚ ਵੀ ਰਹਿੰਦਾ ਸੀ। ਕਈ ਮੇਰੇ ਵੀਰਾਂ ਦੀਆਂ ਬਾਹਾਂ ਜਿਹੜੀਆਂ ਸੀ ਥ੍ਰੈਸ਼ਰਾਂ ਦੇ ਵਿੱਚ ਆ ਗਈਆਂ, ਕੱਟੀਆਂ ਗਈਆਂ। ਔਰ ਜਿਹੜੇ ਬੱਚੇ ਸੀਗੇ, ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਸੀਗੀਆਂ, ਉਹ ਵੀ ਵਿਚਾਰੀਆਂ ਰਾਤ ਰਾਸ਼ਨ ਢੋ ਥੱਕਦੀਆਂ ਸੀਗੀਆਂ ਔਰ ਫਿਰ ਵੀ ਉਹ ਕਰਦੀਆਂ ਸੀਗੀਆਂ। ਮਤਲਬ ਇਹ ਜਿਹੜਾ ਪੰਜਾਬ ਹਰਿਆਣੇ ਨੂੰ ਚੁਣਿਆ ਗਿਆ, ਇਹ ਜਿਹੜੀ ਧਰਤੀ ਸੀਗੀ, ਪਾਣੀ ਜਿਹੜਾ ਸੀ ਉਹਦਾ ਲੈਵਲ ਠੀਕ ਸੀਗਾ ਔਰ ਜ਼ਰਖੇਜ਼ ਜ਼ਮੀਨ ਸੀ ਤੇ ਲੋਕ ਮਿਹਨਤੀ ਸੀਗੇ। ਇਸ ਕਰਕੇ ਨਹੀਂ, ਦੂਸਰੇ ਨੰਬਰ ਤੇ ਇਹ ਵੀ ਤੁਸੀਂ ਦੇਖੋ ਕਿ ਤੁਸੀਂ ਇਹ ਵੀ ਕਿਹਾ ਹੈਗਾ ਕਿ ਉਹਨਾਂ ਨੇ ਕੋਆਪਰੇਟ ਘਰਾਣਿਆਂ ਦੇ ਜਿਹੜੇ ਟਰੈਕਟਰ ਤੇ ਮਸ਼ੀਨਰੀ ਤੇ ਉਹਨਾਂ ਨੂੰ ਯੂਨੀਵਰਸਿਟੀਆਂ ਨੇ ਪ੍ਰਮੋਟ ਕੀਤਾ, ਤੇ ਉਹਦੀ ਨਾਲ ਯੂਨੀਵਰਸਿਟੀਆਂ ਨੂੰ ਇਹ ਨਹੀਂ ਸੀ ਪਤਾ ਕਿ ਪੰਜਾਬ ਦੇ ਵਿੱਚ ਝੋਨਾ ਤਾਂ ਲਾਉਣ ਵਾਲੀ ਜ਼ਮੀਨ ਹੀ ਨਹੀਂ ਹੈਗੀ। ਉਹਨੂੰ ਟੈਸਟ ਜ਼ਮੀਨ ਨੂੰ ਕਿਉਂ ਨਹੀਂ ਕਰਕੇ ਮਤਲਬ ਕਿਸਾਨਾਂ ਨੂੰ ਦੱਸਿਆ ਕਿ ਤੁਹਾਡੀ ਜ਼ਮੀਨ ਝੋਨੇ ਵਾਸਤੇ ਬਣੀ ਹੋਈ ਨਹੀਂ ਹੈਗੀ। ਦੇਖੋ, ਜਦੋਂ ਤੁਸੀਂ 100 ਬੰਦਾ ਇਕੱਠਾ ਕਰਕੇ ਸਬਜ਼ ਬਾਗ ਵਿਖਾਓਗੇ ਤੇ ਕੋਈ 10-20 ਤੇ ਉਹਦਾ ਅਸਰ ਜਿਹੜਾ ਹੋ ਜਾਂਦਾ ਹੈ। ਉਹ ਸੋਚਦੇ ਆ ਵੀ ਟਰੈਕਟਰ ਉਹ ਲਓ ਜਿਹਦੀਆਂ ਵਧੀਆ ਪਾਵਰ ਸਟੀਅਰਿੰਗ ਹੋਵੇ, ਟਰੈਕਟਰ ਉਹ ਲਓ ਜਿਹਦੀ ਚੰਗੀ ਬ੍ਰੇਕ ਹੋਵੇ। ਜਿਵੇਂ ਪਹਿਲਾਂ ਮੈਸੀ ਟਰੈਕਟਰ ਆਉਂਦੇ ਸੀ, ਬੜੇ ਵਧੀਆ ਹੁੰਦੇ ਸੀ, ਉਹਨਾਂ ਦੀ ਬ੍ਰੇਕ ਜਿਹੜੀ ਘੱਟ ਹੁੰਦੀ ਸੀ, DT40 ਜਿਹੜਾ ਹੁੰਦਾ ਸੀਗਾ ਉਹ ਠੋਕ ਕਰਕੇ ਚੱਲਦਾ ਸੀਗਾ। ਤੇ ਇਹ ਸਮੇਂ ਦੇ ਨਾਲ ਜਿਹੜੀ ਤਬਦੀਲੀ ਸੀ ਨਾ ਇਹ ਆਈ, ਪਰ ਇਹਦਾ ਕਸੂਰਵਾਰ ਕਿਸਾਨ ਨਹੀਂ।
ਹੂੰ ਕਿਸਾਨ ਦਾ ਇਹਦੇ ਚ ਕੋਈ ਕਸੂਰ ਨਹੀਂ, ਕਿਸਾਨ ਤਾਂ ਮਿਹਨਤ ਕਰਦਾ ਸੀਗਾ। ਹਾਂਜੀ। ਹਾਂਜੀ, ਔਰ ਇਹ ਜਿਹੜੇ ਸਾਰੀਆਂ ਸਾਡੀਆਂ ਸਮੇਂ-ਸਮੇਂ ਸਰਕਾਰਾਂ ਆਉਂਦੀਆਂ ਰਹੀਆਂ ਨੇ, ਔਰ ਇਹ ਉਹਨਾਂ ਦਾ ਮੈਂ ਤਾਂ ਕਸੂਰ ਸਮਝਦਾ ਆ, ਕਿਉਂਕਿ ਕਿਸਾਨ ਤਾਂ ਮਿਹਨਤੀ ਆ, ਉਹ ਮਿਹਨਤ ਕਰ ਰਿਹਾ ਆ, ਔਰ ਮੰਡੀ ਦੇ ਵਿੱਚ ਜਾਂਦਾ ਆ, ਉਹਨੂੰ ਪੂਰਾ ਮੁੱਲ ਨਹੀਂ ਸੀ ਮਿਲਦਾ। ਹਾਂਜੀ, ਸਬਜ਼ੀ ਜਿਹੜੀ ਆ, ਜੇ ਉਹ ਰੇਹੜੀ ਤੇ ਸਬਜ਼ੀ ਆ ਜਾਂਦੀ ਆ ਤੇ ਉਹ 20 ਰੁਪਏ ਕਿਲੋ ਆ, ਤੇ ਜੇ ਜੱਟ ਦੀ ਮੰਡੀ 'ਚ ਸਬਜ਼ੀ ਗਈ ਆ ਤੇ ਉਹਦੀ ਸੇਲ ਕਿੰਨੇ ਨੂੰ ਹੋਈ ਆ, 4 ਰੁਪਏ ਕਿਲੋ ਪੈਂਦੀ ਆ। ਜੀ 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 ਹਾਂਜੀ, ਔਰ ਜੱਟ ਦਾ ਖਰਚਾ ਜਿਹੜਾ ਉਹ ਕਿੰਨਾ ਹੋ ਗਿਆ। ਜੇ ਆਲੂ ਨੇ ਤੇ ਆਲੂ ਕਿਸਾਨ ਨੇ ਪੈਦਾ ਕੀਤੇ, ਉਹਦਾ ਢੇਰ ਵੀ ਲੱਗ ਗਿਆ। ਹਾਂਜੀ, ਤੇ ਆਲੂ ਜਿਹੜੇ ਆ ਉਹ ਜੇ ਸਹੀ ਰੇਟ ਤੇ ਨਹੀਂ ਵਿਕੇ ਤੇ ਕਿਸਾਨ ਨੇ ਘਾਟੇ 'ਚ ਜਾਣਾ ਸੀਗਾ। ਹਾਂਜੀ, ਇਸ ਕਰਕੇ ਜਿਹੜੀ ਮੱਕੀ ਆ, ਮੱਕੀ ਕਿਸਾਨ ਪੈਦਾ ਕਰੇਗਾ, ਝੋਨਾ ਨਹੀਂ ਲਾਏਗਾ, ਪਾਣੀ ਨਹੀਂ ਬਰਬਾਦ ਹੋਏਗਾ, ਮੱਕੀ ਦੇ ਉੱਤੇ ਪ੍ਰੋਸੈਸਿੰਗ ਯੂਨਿਟ ਲਾਓ। ਮੱਕੀ ਦੇ ਉੱਤੇ ਪ੍ਰੋਸੈਸਿੰਗ ਯੂਨਿਟ ਲੱਗੇ ਹੁੰਦੇ ਤੇ ਕਿਸਾਨ ਮੱਕੀ ਬੀਜਦਾ। ਹਾਂਜੀ, ਇਸ ਕਰਕੇ ਕਿਸਾਨ ਦਾ ਇਹਦੇ ਵਿੱਚ ਕੋਈ ਫਾਲਟ ਨਹੀਂ। ਇਹ ਜਿਹੜੀਆਂ ਸਾਡੀਆਂ ਸਮੇਂ-ਸਮੇਂ ਸਰਕਾਰਾਂ ਆਉਂਦੀਆਂ ਰਹੀਆਂ ਨੇ, ਔਰ ਕਿਸਾਨ ਨੂੰ ਇਹਨਾਂ ਨੇ ਡਿਵਾਈਡ ਕੀਤਾ। ਜੀ ਹਾਂਜੀ, ਮਿੱਤਰ ਸਿੰਘ ਇਸ ਪਾਸੇ, ਪਵਿੱਤਰ ਸਿੰਘ ਇਸ ਪਾਸੇ। ਹਾਂਜੀ, ਔਰ ਕਿਸਾਨ ਭੋਲਾ ਵੀ ਆ। ਜੀ ਹਾਂਜੀ, ਤੇ ਫਿਰ ਵੇਖੋ ਕਈ ਨਵੇਂ ਸਿਸਟਮ ਜਿਹੜੇ ਸੀ ਉਹ ਜਿਹੜੇ ਆਏ, ਉਹ ਕਿਸਾਨੀ ਨੂੰ ਜਿਹੜਾ ਸੀ ਉਹ ਕਰਜ਼ੇ ਵਾਲੇ ਪਾਸੇ ਸਭ ਜਵਾਬ ਦਿਖਾ ਕੇ ਤੇ ਕਰਜ਼ੇ ਵਾਲੇ ਪਾਸੇ ਜਿਹੜੇ ਸੀ ਉਹ ਲੈ ਗਏ। ਕਿਸਾਨ ਦਾ ਕੋਈ ਫਾਲਟ। ਰਾਜਵੀਰ ਸਿੰਘ ਜੀ, ਇੱਥੇ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਬੜੇ ਸਬਜ਼ ਜਵਾਗ ਜਿਹੜੇ ਦਿਖਾਏ ਤੇ ਕਿਸਾਨ ਭੋਲੇ ਨੇ, ਤੇ ਉਹ ਸਬਜ਼ ਜਵਾਗਾਂ ਦੇ ਮੈਂ ਕਹੂੰਗੀ ਕਿ ਗੱਲਾਂ ਵਿੱਚ ਆ ਗਏ। ਪਰ ਇੱਕ ਚੀਜ਼ ਇੱਥੇ ਜ਼ਰੂਰ ਆ ਕਿ ਕਾਰਪੋਰੇਟ ਘਰਾਣਿਆਂ ਨੇ ਤਾਂ ਆਪਣੇ ਵੱਲੋਂ, ਕਿਉਂਕਿ ਉਹਨਾਂ ਦਾ ਬਿਜ਼ਨਸ ਆ, ਉਹਨਾਂ ਨੇ ਆਪਣੇ ਵੱਲੋਂ ਆਪਣੀ ਪੂਰੀ ਕੋਸ਼ਿਸ਼ ਦਾ ਪੇਚ ਲਗਾ ਕੇ ਆਪਣਾ ਜਿਹੜਾ ਸਕਸੈਸਫੁਲ ਹੋ ਗਏ। ਪਰ ਜੇ ਆਪਾਂ ਗੱਲ ਕਰੀਏ ਜਿੱਥੇ ਸਰਕਾਰਾਂ ਦੀ ਗੱਲ ਕਰਦੀ ਹਾਂ, ਕਿਉਂਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਪਰ ਜਦੋਂ ਅਸੀਂ ਗੱਲ ਆਉਂਦੇ ਹਾਂ ਯੂਨੀਵਰਸਿਟੀਜ਼ ਦੀ ਗੱਲ, ਜਿਨ੍ਹਾਂ ਦੀ ਡਿਊਟੀ ਸੀ, ਜਿਹੜੇ ਸਰਕਾਰੀ ਮਹਿਕਮੇ ਦੇ ਵਿੱਚ ਡਿਊਟੀਜ਼ ਕਰਦੇ ਨੇ, ਉਹਨਾਂ ਦੀ ਜੌਬ ਜਿਹੜੀ ਆ ਪਾਰਟੀਜ਼ ਦੇ ਨਾਲ ਕੋਈ ਸੰਬੰਧ ਨਹੀਂ। ਉਹਨਾਂ ਦਾ ਇਹ ਹੈ ਕਿ ਜੇ ਉਹਨਾਂ ਦੀ 65 ਸਾਲ ਤੱਕ ਨੌਕਰੀ ਹੈਗੀ ਜਾਂ 60 ਸਾਲ ਦੇ ਵਿੱਚ ਰਿਟਾਇਰ ਹੁੰਦੇ ਨੇ। ਸੋ ਗੱਲ ਹੈ ਕਿ ਉਹਨਾਂ ਦਾ ਜਿਹੜਾ ਉਹ ਟਾਈਮ ਪੀਰੀਅਡ ਆ, ਉਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਸੀਗੀ ਕਿ ਕਾਰਪੋਰੇਟ ਘਰਾਣਿਆਂ ਨੇ ਆਪਣਾ ਕਰ ਲਿਆ, ਇਹਨਾਂ ਦੀ ਜਿਹੜੀ ਡਿਊਟੀ ਬਣਦੀ ਸੀਗੀ ਕਿ ਲੋਕਾਂ ਨੂੰ ਜਾਗਰੂਕ ਕਿਵੇਂ ਕਰਨਾ ਨੇ। ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਆ ਉਹ ਬਾਖੂਬੀ ਨਿਭਾਈ? ਉਹ ਭੈਣ ਜੀ ਇਸ ਤਰ੍ਹਾਂ ਸੀਗਾ ਕਿ ਫਸਟ ਇਕਾਈ ਪੰਚਾਇਤ ਹੈ ਪਿੰਡ ਦੀ ਜੀ, ਔਰ ਸਾਡੇ ਮੈਂਬਰ ਪੰਚਾਇਤ ਜਿਹੜੇ ਅਸੀਂ ਚੁਣਨੇ 5 ਸਾਲ ਵਾਸਤੇ। ਜੀ, ਹੁਣ ਪਿੰਡ ਦੇ ਵਿੱਚ ਜਿਹੜੀ ਪੋਲੀਟੀਕਲ ਲੋਕਾਂ ਨੇ ਪਾਰਟੀਬਾਜ਼ੀ ਬਣਾ ਦਿੱਤੀ। ਹਾਂਜੀ, ਸਰਪੰਚ ਵਿਚਾਰਾ ਜਿਹੜਾ ਸੀਗਾ ਉਹ ਨਾ ਸਕੂਲ ਚੈੱਕ ਕਰ ਸਕਿਆ, ਨਾ ਵੈਟਰਨਰੀ ਡਿਸਪੈਂਸਰੀ, ਨਾ ਡਿਸਪੈਂਸਰੀ ਦੂਜੀ ਨੂੰ ਚੈੱਕ ਕਰ ਸਕਿਆ, ਔਰ ਇਹ ਸਾਰਾ ਕੁਝ ਜਿਹੜੇ ਸਾਡੇ ਮੁਲਾਜ਼ਮ ਸੀਗੇ। ਹਾਂਜੀ, ਹੁਣ ਗਵਰਨਮੈਂਟ ਕੋਲ ਤਨਖਾਹ ਲੈਣੀ ਆ, ਇੱਕ ਰੁਝਾਨ ਹੋ ਗਿਆ ਵੀ ਕੰਮ ਨਹੀਂ ਕਰਨਾ, ਤਨਖਾਹ ਅੱਛੀ ਮਿਲਣੀ ਚਾਹੀਦੀ ਆ ਤੇ ਕੰਮ ਜਿਹੜਾ ਆ ਉਹ ਜ਼ੀਰੋ। ਇਹਦੇ ਕਰਕੇ ਇਹ ਜਿਹੜੇ ਸੀ ਨਾ ਸਾਰੇ ਜਿਹੜੇ ਸੀ ਨੁਕਸਾਨ ਹੋਏ। ਜੇ ਸਾਡੀ ਪਿੰਡ ਦੇ ਵਿੱਚ ਪਾਰਟੀਬਾਜ਼ੀ ਨਾ ਹੁੰਦੀ, ਮੈਂ ਅਕਸਰ ਸਟੇਜਾਂ ਤੇ ਕਹਿੰਦਾ ਹੁੰਦਾ ਕਿ ਜੇ ਫਰੀਦ ਸਾਹਿਬ ਦੇ ਸਲੋਕ ਪੜ੍ਹ ਲਓ ਤੇ ਫਿਰ ਕੋਰਟ ਕਚਹਿਰੀ ਦੀ ਲੋੜ ਨਹੀਂ। ਬਿਲਕੁਲ। ਔਰ ਜਦੋਂ ਕਿਸਾਨ ਦਾ ਕੋਈ ਝਗੜਾ ਹੁੰਦਾ ਤੇ ਉਹਨੂੰ ਵਿਚਾਰੇ ਨੂੰ ਕਚਹਿਰੀ ਜਾਣਾ ਪੈਂਦਾ ਆ, ਕਈ ਸਾਲ ਉਜੜਦਾ ਆ। ਹਾਂਜੀ, ਔਰ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਜਿਹੜੀ ਬਣੀ ਹੋਈ ਆ, ਉਹਦੇ ਨਾਲ ਕਈ ਕਤਲੋਗਾਰ ਵੀ ਹੋਈਆਂ। ਔਰ ਇਹ ਜਿਹੜੇ ਮਤਲਬ ਸਾਡਾ ਪੋਲੀਟੀਕਲ ਸਿਸਟਮ ਆ, ਹਾਂਜੀ, ਮੈਨੂੰ ਕਹਿਣ ਤੋਂ ਕੋਈ ਝਿਜਕ ਨਹੀਂ, ਇੰਨੇ ਸਾਰਾ ਨੁਕਸਾਨ ਜਿਹੜਾ ਸੀ ਉਹ ਕਰਵਾਇਆ। ਜੀ ਨਹੀਂ, ਇੱਥੇ ਇੱਕ ਚੀਜ਼ ਮੈਂ ਜਿਹੜੀ ਤੁਹਾਡੇ ਨਾਲ ਮੈਂ ਠੀਕ ਆ, ਅਸੀਂ ਇਲਜ਼ਾਮ ਦਿੰਦੇ ਆ ਕਿ ਸਾਡਾ ਪੋਲੀਟੀਕਲ ਸਿਸਟਮ ਜਿਹੜਾ ਆ ਉਹਨੇ ਇਹ ਸਾਰੇ ਕਤਵਾਈ ਜਿਹੜੀ ਵੀ ਹੋਈ ਆ। ਪਰ ਜਿਵੇਂ ਮੈਂ ਗੱਲ ਕੀਤੀ ਸਰਕਾਰੀ ਕਰਮਚਾਰੀ, ਮੈਂ ਪਹਿਲਾਂ ਹੀ ਗੱਲ ਕੀਤੀ ਕਿ ਜੇ 60 ਸਾਲ ਤੱਕ ਉਹਨਾਂ ਦੀ ਨੌਕਰੀ ਹੈ, ਜਿੰਨੇ ਵੀ ਐਗਰੀਕਲਚਰ ਯੂਨੀਵਰਸਿਟੀ ਦੇ ਕਰਮਚਾਰੀ ਨੇ, ਸਕੂਲਾਂ ਕਾਲਜਾਂ ਦੇ ਕਰਮਚਾਰੀ ਨੇ, ਪੁਲਿਸ ਮਹਿਕਮਾ ਆ, ਜਿੰਨੇ ਵੀ ਮਹਿਕਮੇ ਨੇ ਸਰਕਾਰੀ, ਸਾਡੇ ਭੈਣ ਭਰਾ ਲੱਗੇ ਹੋਏ ਨੇ। ਸੋ ਜੇ ਅੱਜ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਡਿਊਟੀ ਨਹੀਂ ਨਿਭਾਈ ਤੇ ਇਟ ਮੀਨਸ ਕਿ ਉਹਨਾਂ ਦੀਆਂ ਮਿਸਟੇਕਸ ਜ਼ਿਆਦਾ ਨੇ। ਆਪਾਂ ਪੋਲੀਟੀਸ਼ੀਅਨਸ ਦੀ ਤਾਂ ਕੱਢਦੇ ਕਿ ਉਹਨਾਂ ਦੀ ਗਲਤੀ ਹੈਗੀ, ਉਹਨਾਂ ਨੇ ਧਿਆਨ ਨਹੀਂ ਦਿੱਤਾ, ਸ਼ਾਇਦ ਜਿਹੜੇ ਕਾਨੂੰਨ ਨੇ ਉਹਨਾਂ ਦੀ ਪਾਲਣਾ ਜਿਹੜੀ ਆ ਉਹ ਸਹੀ ਢੰਗ ਨਾਲ ਨਹੀਂ ਹੋਈ, ਰਿਸ਼ਵਤ ਲਈ ਜਾਂ ਕੀ ਕੀਤਾ। ਪਰ ਜਿਹੜੇ ਸਰਕਾਰੀ ਮਹਿਕਮਿਆਂ ਦੇ ਜਿਹੜੇ ਅਫਸਰ ਨੇ, ਉਹਨਾਂ ਨੇ ਜਿਹੜੀ ਹੈਗੀ ਆਪਣੀ ਡਿਊਟੀ ਜਿਹੜੀ ਉਹ ਚੰਗੀ ਤਰ੍ਹਾਂ ਨਹੀਂ ਨਿਭਾਈ। ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਆ, ਉਹ ਕੋਈ ਨਾ ਕੋਈ ਉਹਨਾਂ ਦਾ ਗॉडਫਾਦਰ ਪੋਲੀਟੀਕਲ ਲਾਈਨ ਦੇ ਵਿੱਚ ਹੈਗਾ ਜੀ। ਇਸ ਕਰਕੇ ਉਹਨਾਂ ਨੇ ਇਹ ਵੀ ਸਾਡੀ ਧਿਰ ਪਿੱਛੇ ਹੈਗੀ ਆ, ਅਸੀਂ ਡੌਂਕਰੀ ਤੇ ਨਹੀਂ ਜਾਂਦੇ, ਸਾਨੂੰ ਕੋਈ ਕੁਛ ਨਹੀਂ ਵਿਗਾੜ ਸਕਦਾ। ਔਰ ਤਨਖਾਹ ਲੈਣ ਜਾਣਾ ਆ, ਕੰਮ ਤੇ ਨਹੀਂ ਜਾਣਾ। ਹੁਣ ਮੈਂ ਜੇ ਡਿਪਾਰਟਮੈਂਟਾਂ ਦੀ ਗੱਲ ਕਰਾਂ, ਮੇਰਾ ਰੋਜ਼ ਬਾਹਰ ਰਹਿੰਦਾ ਆ, ਔਰ ਬਹੁਤ ਸਾਰੇ ਮੇਰੇ ਵੀਰ ਆ। ਦੂਸਰੇ ਪਾਸੇ ਜਿਹੜੀ ਸਾਡੀ ਐਜੂਕੇਸ਼ਨ ਸੀ, BSc MSc, ਮੈਂ ਐਗਰੀਕਲਚਰ ਦੀ ਗੱਲ ਕਰਦਾ ਆ, BSc MSc ਐਗਰੀਕਲਚਰ ਕਾਲਜ ਕੋਲ ਹੈਗੀ ਆ, ਜ਼ਮੀਨ ਇੱਕ ਮਰਲਾ ਨਹੀਂ ਹੈਗੀ। ਮੇਰੇ ਕੋਲ ਕਾਲਜਾਂ ਦੇ ਜਲੰਧਰ ਤੋਂ ਵੀ ਬੱਚੇ ਆਉਂਦੇ ਆ, ਅੰਮ੍ਰਿਤਸਰ ਦੇ ਬੱਚੇ ਵੀ ਆਉਂਦੇ ਆ। ਔਰ ਜੇ ਕਿਸੇ ਕਾਲਜ ਕੋਲ ਥੋੜੀ ਬਹੁਤੀ ਜ਼ਮੀਨ ਹੈਗੀ ਆ ਤੇ ਉਹਨੇ ਠੇਕੇ ਤੇ ਦਿੱਤੀ ਹੋਈ ਆ, ਬੱਚਿਆਂ ਦੇ ਪ੍ਰੈਕਟੀਕਲ ਕਰਨ ਵਾਸਤੇ ਪੈੜੀ ਨਹੀਂ ਰੱਖੀ ਹੋਈ। ਇੱਕ ਸਿਰਫ ਕਾਲਜ ਐਗਰੀਕਲਚਰ ਖਾਲਸਾ ਕਾਲਜ ਆ, ਜਿਹੜੇ ਖਾਲਸਾ ਕਾਲਜ ਅੰਦਰ ਕੰਪਲੈਕਸ ਦੇ ਵਿੱਚ ਐ, ਮੈਂ ਉਹਦਾ ਜੁਆਇੰਟ ਸੈਕਟਰੀ ਆ, ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ ਮੇਰੇ ਕੋਲ ਆ, ਔਰ ਮੈਂ ਰੋਜ਼ ਉੱਥੇ
ਜਾਂਦਾ ਰਹਿਣਾ ਆ, ਉੱਥੇ ਵੀ ਆਰਗੈਨਿਕ ਅਸੀਂ ਕਰਦੇ ਆ। ਜੀ ਔਰ ਉਹਦੇ ਤੋਂ ਬਿਨਾ ਜਿਹੜੇ ਸਾਡੇ ਉੱਥੇ ਐਗਰੀਕਲਚਰ ਕਾਲਜ ਨੇ ਜੀ ਉਹਨਾਂ ਦੇ ਵਿੱਚ ਬੱਚੇ ਨੂੰ ਤੇ ਇਹ ਨਹੀਂ ਪਤਾ ਕਿ ਇਹ ਪੌਦਾ ਜਿਹੜਾ ਆ ਇਹ ਮੱਕੀ ਦਾ ਆ ਕਿ ਗੰਨੇ ਦਾ ਆ, ਤੇ ਜੀ BSc ਕਰ ਗਿਆ ਔਰ ਉਹਨੇ ਜੱਟ ਦਾ ਆਣ ਕੇ ਗॉडਫਾਦਰ ਬਣਨਾ। ਜੀ ਜੱਟ ਨੂੰ ਗਾਈਡ ਤਾਂ ਉਹਨੇ ਕਰਨਾ ਨਾ, ਬਿਲਕੁਲ, ਬਿਲਕੁਲ। ਤੇ ਉਹਨੂੰ ਆਪ ਨੂੰ ਸਮਝ ਨਹੀਂ ਵਿਚਾਰੇ ਨੂੰ। ਕਿਵੇਂ? ਔਰ ਬੜੀ ਹੈਰਾਨੀ ਹੁੰਦੀ ਆ ਕਿ ਜਦੋਂ ਮੇਰੇ ਕੋਲ ਬੱਚੇ ਆਉਂਦੇ ਆ ਤੇ ਨਾਲ ਕਾਲਜ ਦਾ ਪ੍ਰੋਫੈਸਰ ਆਉਂਦਾ ਤੇ ਮੈਂ ਬੱਚਿਆਂ ਕੋਲ ਕੁਐਸਚਨ ਪੁੱਛਦਾ ਆ ਤੇ ਮੁੜ ਕੇ ਮੈਂ ਕਹਿੰਦਾ ਪ੍ਰੋਫੈਸਰ ਸਾਹਿਬ ਦੱਸ ਦੇਣਗੇ, ਤੇ ਜੀ। ਪ੍ਰੋਫੈਸਰ ਸਾਹਿਬ ਨੂੰ ਤੇ ਖੁਦ ਨਹੀਂ ਉਹਨਾਂ ਨੂੰ ਆਪ ਨੂੰ ਆਉਂਦਾ, ਨਹੀਂ ਕਿਉਂਕਿ ਪਤਾ। ਉਹਨੇ ਵਿਚਾਰੇ ਨੇ ਕਦੀ ਦੇਖਿਆ ਹੀ ਨਹੀਂ, ਉਹ ਕਦੀ ਉਹਨੇ ਖੇਤ ਦੇ ਵਿੱਚ ਗਿਆ ਹੀ ਨਹੀਂ। ਔਰ ਫਿਰ ਬੱਚੇ ਦਾ ਵੀ ਨਹੀਂ ਕਸੂਰ, ਬਿਲਕੁਲ ਕਿਉਂਕਿ ਬੱਚੇ ਦੇ ਮਾਪਿਓ ਨੇ ਪੈਸੇ ਦਿੱਤੇ, ਬੱਚੇ ਨੇ ਕਾਲਜ ਦੇ ਵਿੱਚ ਟਾਈਮ ਦਿੱਤਾ। ਕਸੂਰ ਕਿਹਦਾ ਆ? ਸਾਰੇ ਸੈਟਅਪ ਦਾ। ਬਿਲਕੁਲ ਜਦੋਂ ਤੁਸੀਂ ਕਾਲਜ ਨੂੰ BSc ਪਿੱਛੇ ਜੇ 400 ਕਿੰਨੇ ਕਾਲਜ ਜਿਹੜੇ ਸੀ ਬੰਦ ਹੋਏ ਸਾਡੇ ਰੌਲਾ ਪਾਉਣ ਦੇ ਉੱਤੇ, ਜੀ ਔਰ ਜਿਹੜੇ ਬੱਚੇ ਉੱਥੋਂ BSc ਕਰ ਗਏ ਆ, ਨੁਕਸਾਨ ਤੇ ਉਹਨਾਂ ਦਾ ਹੋ ਗਿਆ। ਬੱਚੇ ਦਾ ਕੋਈ ਕਸੂਰ ਨਹੀਂ, ਬੱਚੇ ਦੇ ਪੇਰੈਂਟਸ ਦਾ ਕੋਈ ਕਸੂਰ ਨਹੀਂ, ਜੀ। ਇਹ ਸਾਰਾ ਸੈਟਅਪ ਦਾ ਕਸੂਰ ਆ ਕਿ ਉਹ ਜਿਹੜਾ ਸੈਟਅਪ ਤਿਆਰ ਕੀਤਾ ਗਿਆ ਆ ਉਹਦੀਆਂ ਜਿਹੜੀਆਂ ਊਨਤਾਈਆਂ ਆ ਉਹ ਸਾਡੀ ਪਬਲਿਕ ਨੂੰ, ਕਿਸਾਨ ਨੂੰ, ਸਾਡੇ ਸਾਰੇ ਵੀਰਾਂ ਨੂੰ ਉਹਦੀ ਮਾਰ ਪੈ ਰਹੀ, ਇਹ ਮੰਨਣਾ ਪਏਗਾ। ਨਹੀਂ ਬਿਲਕੁਲ ਸਹੀ ਕਿਹਾ। ਇੱਥੇ ਮੈਂ ਜ਼ਰੂਰ ਚਾਹੂੰਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਇਸ ਚੀਜ਼ ਨੂੰ ਲੈ ਕੇ ਅਸੀਂ ਹੋਰ ਪ੍ਰੋਗਰਾਮ ਜਿਹੜੇ ਆ ਉਹ ਜ਼ਰੂਰ ਕਰਾਂਗੇ। ਤੁਸੀਂ ਵੀ ਸਾਡੇ ਨਾਲ ਜ਼ਰੂਰ ਜੁੜੇ ਰਹੋ ਤੇ ਆਪਣੇ ਸਵਾਲ ਸਾਨੂੰ ਜ਼ਰੂਰ ਦਿਓ। ਜਿਹੜੀ ਸਕਰੀਨ ਦੇ ਉੱਤੇ ਫੋਨ ਨੰਬਰ ਦਿੱਤੇ ਹੋਏ ਨੇ ਉਹਨਾਂ ਨੰਬਰਾਂ ਉੱਤੇ ਜਾਂ ਸਟੂਡੀਓ ਦੇ ਨੰਬਰ ਦੇ ਉੱਤੇ ਕਾਲ ਕਰਕੇ ਸਾਨੂੰ ਜਿਹੜੇ ਆ ਆਪਣੇ ਸਵਾਲ ਜਿਹੜੇ ਉਹ ਦੇ ਸਕਦੇ ਹੋ। ਥੋੜਾ ਜਿਹਾ ਹੁਣ ਆਪਾਂ ਆਉਂਦੇ ਆ ਆਰਗੈਨਿਕ ਖੇਤੀ ਵੱਲ, ਕਿਉਂਕਿ ਸ਼ੁਰੂਆਤ ਸਾਡੀ ਸੀਗੀ ਕਿ ਇਹਨਾਂ ਕੋਲੋਂ ਜਾਣਕਾਰੀ ਲਈਏ ਆਰਗੈਨਿਕ ਖੇਤੀ ਦੀ, ਪਰ ਅਸੀਂ ਚਲੋ ਇਹ ਵੀ ਜਿਹੜੀਆਂ ਵਿਚਾਰਾਂ ਬਹੁਤ ਜ਼ਰੂਰੀ ਸਨ ਕਿ ਅੱਜ ਜੋ ਸਥਿਤੀ ਜਿਹੜੀ ਬਣੀ ਹੋਈ ਆ, ਪੰਜਾਬ ਦਾ ਨੌਜਵਾਨ ਹਰ ਸਾਲ ਜੇ ਆਪਾਂ ਗੱਲ ਕਰੀਏ ਵੱਡੀ ਤਾਦਾਦ ਦੇ ਵਿੱਚ ਵਿਦੇਸ਼ਾਂ ਵੱਲ ਨੂੰ ਜਾ ਰਿਹਾ, ਤੇ ਪੰਜਾਬ ਦੇ ਵਿੱਚੋਂ ਸਕੂਲ ਕਾਲਜ ਜੇ ਆਪਾਂ ਗੱਲ ਕਰੀਏ ਉੱਥੇ ਤੱਕ ਪੜ੍ਹਾਈ ਹੋ ਰਹੀ ਆ, ਪਰ ਉਸ ਤੋਂ ਬਾਅਦ ਯੂਨੀਵਰਸਿਟੀਆਂ ਅੱਜ ਜਿਹੜੀਆਂ ਬੰਦ ਹੋਣ ਦੀ ਤਾਦਾਦ ਤੇ ਨੇ। ਸੋ ਆਰਗੈਨਿਕ ਖੇਤੀ ਵੱਲ ਥੋੜਾ ਜਿਹਾ ਆਉਂਦੇ ਆ ਆਪਾਂ ਵੀਰ ਜੀ, ਕਿ ਆਰਗੈਨਿਕ ਖੇਤੀ ਦੀ ਜਿੱਦਾਂ ਜਗਰਾਜ ਸਿੰਘ ਸਰਾਜੀ ਹੁਣੀ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਕੁਦਰਤੀ ਖੇਤੀ ਅੱਜ ਬਹੁਤ ਵੱਡੀ ਜ਼ਰੂਰਤ ਬਣ ਚੁੱਕੀ ਆ। ਕੁਦਰਤੀ ਖੇਤੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੀਆਂ ਮਲਟੀ ਫਸਲਾਂ ਨੇ ਉਹਨਾਂ ਨੂੰ ਲੈ ਕੇ ਤੁਸੀਂ ਕਿਵੇਂ ਕਿਸਾਨਾਂ ਨੂੰ ਜਾਗਰੂਕ ਕਰ ਸਕਦੇ ਹੋ ਕਿ ਕਿਵੇਂ ਖੇਤੀ ਕਰ ਸਕਦੇ ਨੇ? ਦੇਖੋ, ਮਲਟੀ ਫਸਲਾਂ ਦੇ ਵਿੱਚ ਸਬਜ਼ੀਆਂ ਆ ਗਈਆਂ, ਸਾਡਾ ਗੰਨਾ ਆ ਗਿਆ, ਔਰ ਸਬਜ਼ੀ ਜਿਹੜੀ ਆ ਤੁਸੀਂ ਇਹ ਬਿਨਾਂ ਖਾਦ ਤੋਂ ਬਿਨਾਂ ਸਪਰੇਅ ਤੋਂ ਅਸੀਂ ਪੈਦਾ ਕਰਦੇ ਹਾਂ, ਔਰ ਉਹ ਕਿਸਾਨਾਂ ਨੂੰ ਅਸੀਂ ਮਾਡਲ ਜਿਹੜੇ ਆ ਆਣ ਕੇ ਆਉਂਦੇ ਆ ਵੀ ਤੁਸੀਂ ਦੇਖੋ। ਔਰ ਪਾਣੀ ਜਿਹੜਾ ਆ ਅਸੀਂ 85% ਪਾਣੀ ਬਚਾਉਂਦੇ ਆ ਜੀ। ਹਾਂਜੀ, ਪੌਦੇ ਦੀ ਡਿਮਾਂਡ ਪਾਣੀ ਨਹੀਂ, ਪੌਦੇ ਦੀ ਡਿਮਾਂਡ ਜਿਹੜੀ ਆ ਉਹ ਨਮੀ ਆ। ਬਿਲਕੁਲ। ਔਰ ਜਿਹੜਾ ਬੈੱਡ ਸਿਸਟਮ ਆ ਇਹੀ ਖੇਤੀ ਦਾ ਇੱਕ ਵਿਸ਼ਾ ਆ। ਉਸ ਤੋਂ ਬਾਅਦ ਫਿਰ ਸਪ੍ਰਿੰਕਲਰ, ਤੁਸੀਂ ਦੇਖੋ ਇਜ਼ਰਾਈਲ ਕੰਟਰੀ ਕੋ ਪਾਣੀ ਹੈ ਨਹੀਂ, ਉਹ ਦੂਜੇ ਦੇਸ਼ ਕੋ ਪਾਣੀ ਲੈ ਕੇ ਖੇਤੀ ਕਰਦਾ ਰਿਹਾ। ਹੁਣ ਉਹਨੇ ਪੈਦਾ ਕਰ ਲਿਆ ਆ ਸਮੁੰਦਰ ਦਾ ਪਾਣੀ ਜਿਹੜਾ ਉਹਨੂੰ ਉਹਨਾਂ ਨੇ ਸਾਫ਼ ਕਰਕੇ ਵਰਤੋਂ ਚ ਲਿਆਂਦਾ, ਪਹਿਲਾਂ ਨਹੀਂ ਸੀ ਉਹਨਾਂ ਦੇ ਕੋਲ। ਔਰ ਖੇਤੀ ਉਹਨਾਂ ਦੀ ਜਿਹੜੀ ਆ ਉਹ ਸਾਰੇ ਮੁਲਕਾਂ ਦੇ ਵਿੱਚ ਸਭ ਤੋਂ ਵਧੀਆ ਖੇਤੀ ਜਿਹੜੀ ਆ ਚੱਲ ਰਹੀ, ਉਹਨਾਂ ਕੋਲ ਟੈਕਨੀਕ ਆ। ਹਾਂਜੀ, ਔਰ ਸਾਡੇ ਕੋਲ ਵੀ ਉਹਦੀ ਟੈਕਨੀਕ ਕੁਦਰਤੀ ਖੇਤੀ ਦੀ ਆ। ਉਹ ਕਿਸਾਨ ਵੀਰ ਜਿਹੜੇ ਆ ਅਪਣਾਉਣ ਵਾਲੇ ਪਾਸੇ ਆ ਰਹੇ ਆ, ਔਰ ਕੁਦਰਤੀ ਖੇਤੀ ਹੀ ਇੱਕ ਆਉਣ ਵਾਲੇ ਸਮੇਂ ਦਾ ਹੱਲ ਆ, ਕਿਉਂਕਿ ਜੱਟ ਖਰਚੇ ਤੋਂ ਬਚੇਗਾ। ਔਰ ਹਾਂ, ਇੱਕ ਜ਼ਰੂਰ ਆ ਵੀ ਕਿਸਾਨ ਨੂੰ ਖੇਤ ਦੇ ਵਿੱਚ ਜਾਣਾ ਪਏਗਾ, ਕੰਮ ਕਰਨਾ ਪਏਗਾ, ਪ੍ਰੈਕਟੀਕਲੀ ਜਿਹੜਾ ਉਹ ਕੰਮ ਕਰਨਾ ਪੈਣਾ, ਕੱਲੀ ਕਿਤਾਬਾਂ ਪੜ੍ਹ ਕੇ ਜਿਹੜਾ ਉਹ ਗੱਲ ਨਹੀਂ ਬਣਨੀ। ਤੁਹਾਡੇ ਕੋਲ ਜਗਰਾਜ ਵੀਰ ਜੀ ਕੁਐਸਚਨ? ਹਾਂਜੀ, ਕੁਐਸਚਨ ਜੀ ਦੇਖੋ ਕਿ ਜਿਵੇਂ ਤੁਸੀਂ ਬਹੁਤ ਮਤਲਬ ਇਹ ਸੋਹਣੀ ਮਤਲਬ ਇੱਕ ਤਰ੍ਹਾਂ ਦੀ ਖੋਜ ਕਹਿ ਲਓ ਜਾਂ ਜਾਣਕਾਰੀ ਕਹਿ ਲਓ ਕਿ ਤੁਸੀਂ ਕਹਿੰਦੇ ਕਿ ਪੌਦੇ ਨੂੰ ਨਮੀ ਚਾਹੀਦੀ ਹੈ ਸਰ। ਹਾਂਜੀ ਹਾਂਜੀ। ਤੇ ਦੂਸਰੇ ਪਾਸੇ ਜਿਹੜੀ ਸਰਕਾਰ ਨੇ ਇਲੈਕਸ਼ਨ ਜਿੱਤਣਾ ਹੁੰਦਾ ਜੀ, ਉਹ ਜ਼ਿਮੀਂਦਾਰ ਨੂੰ ਕਹਿੰਦੀ ਹੈ ਕਿ ਵੀ ਤੈਨੂੰ ਅਸੀਂ ਬਿਜਲੀ ਮੁਫਤ ਦੇਵਾਂਗੇ। ਉਹ ਜਿਹੜੀ ਬਿਜਲੀ ਮੁਫਤ ਹੈ ਉਹ ਥੱਲੇ ਵਾਲਾ ਬੋਰਾਂ ਦੇ ਨਾਲ, ਟਿਊਬਲਾਂ ਦੇ ਨਾਲ ਪਾਣੀ ਕੱਢਣਾ ਤੇ ਉਹ ਕਣਕ ਨੂੰ ਕਮਲੀ ਕਰਨਾ ਪਾਣੀ ਦੇ ਦੇ ਕੇ। ਝੋਨੇ ਨੂੰ ਕੱਦੂ ਕਰਕੇ, ਜਿਹੜਾ ਆਪਾਂ ਕੱਦੂ ਕਰਦੇ ਹਾਂ, ਉਹ ਜ਼ਮੀਨ ਦੇ ਵਿੱਚ ਨਹੀਂ ਉਹ ਪਾਣੀ ਜਾਂਦਾ, ਉਹ ਉੱਪਰ ਉੱਡਦਾ, ਜਿਹੜਾ ਕਿ ਉਹ ਪਾਣੀ ਬੇਕਾਰ ਜਾਂਦਾ। ਦੇਖੋ, ਤੁਹਾਡੀ ਸੋਚ ਨਵੀਂ ਤੇ ਖੜੀ ਹੈ ਕਿ ਨਵੀਂ ਹੋਈ ਚਾਹੀਦੀ ਹੈ, ਤੇ ਦੂਜੇ ਪਾਸੇ ਸਰਕਾਰਾਂ ਮੁਫਤ ਬਿਜਲੀ ਦੇ ਕੇ ਕਹਿੰਦੇ ਵੀ ਟਿਊਬਲ ਚਲਾਓ ਦਿਨ ਭਰ ਰਾਤ ਤੇ ਪਾਣੀ ਮੁਕਾਓ। ਫਿਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਸਮੇਂ-ਸਮੇਂ ਜਿਹੜੀਆਂ ਸਰਕਾਰਾਂ ਆਉਂਦੀਆਂ, ਮੈਡਮ ਇੰਦਰਾ ਗਾਂਧੀ ਤੋਂ ਲੱਗ ਕੇ ਗਰੀਬੀ ਹਟਾਓ ਦਾ ਨਾਰਾ ਹੁੰਦਾ ਸੀਗਾ। ਇਹ ਜਿਹੜੇ ਪੋਲੀਟੀਕਲ ਲੋਕ ਨੇ, ਇਹਨਾਂ ਨੇ ਇਹ ਸੋਚਣਾ ਹੁੰਦਾ ਕਿ ਅਸੀਂ ਮਾਨਸਿਕ ਤੌਰ ਤੇ ਲੋਕਾਂ ਨੂੰ ਠੱਗਣਾ ਕਿੱਦਾਂ। ਹਾਂਜੀ, ਸਮੇਂ-ਸਮੇਂ ਕਿਸੇ ਨੇ ਕਹਿਣਾ ਜੀ ਅਸੀਂ ਆਟਾ ਦੇਵਾਂਗੇ, ਕਿਸੇ ਨੇ ਕਹਿਣਾ ਜੀ ਅਸੀਂ ਰਾਸ਼ਨ ਦੇਵਾਂਗੇ, ਕਿਸੇ ਨੇ ਕਹਿਣਾ ਜੀ ਅਸੀਂ ਆਹ ਦੇਵਾਂਗੇ, ਕਿਸੇ ਨੇ ਕਿਹਾ ਜੀ ਅਸੀਂ ਕਰਜ਼ਾ ਮਾਫ ਕਰਾਂਗੇ। ਹਾਂਜੀ, ਇਹ ਲੋਲੀਪੌਪ ਦੇ ਕੇ ਔਰ ਭੋਲੇ ਭਾਲੇ ਲੋਕਾਂ ਨੂੰ ਲੋਕ ਸੋਚਦੇ ਵੀ ਇਹਨੂੰ ਚੈੱਕ ਕਰ ਲਓ, ਇਹਨੂੰ ਚੈੱਕ ਕਰ ਲਓ, ਇਹਨੂੰ ਚੈੱਕ ਕਰ ਲਓ। ਉਹ ਚੈੱਕ ਦੇ ਵਿੱਚ ਹੀ ਜਿਹੜਾ ਆ ਲੋਕਾਂ ਦਾ ਨੌਣ ਹੁਣ ਤੱਕ ਹੁੰਦਾ ਜਾ ਰਿਹਾ ਔਰ ਹੋ ਰਿਹਾ ਆ, ਔਰ ਉਹਦਾ ਜਿਹੜਾ ਹੱਲ ਆ ਅੱਜ ਤੱਕ ਕੋਈ ਨਹੀਂ ਨਿਕਲਿਆ। ਠੀਕ ਹੈ। ਤੇ ਦੂਸਰਾ, ਜਿਵੇਂ ਕਿ ਤੁਸੀਂ ਹਮੇਸ਼ਾ ਹੀ
ਪਿੰਗਲਵਾੜਾ ਜਿਵੇਂ ਪੌਣ ਪਾਣੀ ਦੀ ਗੱਲ ਕਰਦਾ ਹੈ, ਪੋਲੂਸ਼ਨ ਦੀ ਗੱਲ ਕਰਦਾ ਹੈ, ਬਿਮਾਰੀਆਂ ਆਫਤਾਂ ਬਾਰੇ ਸੁਚੇਤ ਕਰਦਾ ਹੈ, ਹਾਂਜੀ। ਤਾਂ ਫਿਰ ਸਰਕਾਰਾਂ ਜਾਂ ਜਨਤਾ ਉਹਨਾਂ 'ਤੇ ਅਮਲ ਕਿਉਂ ਨਹੀਂ ਕਰਦੀ? ਦੇਖੋ, ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਦੇ ਜਿਹੜੇ ਆਪਣੇ ਖਰਚੇ ਆ ਉਹ ਇੰਨੇ ਜ਼ਿਆਦਾ ਨੇ। ਇੱਕ ਵਜ਼ੀਰ ਹੈ ਤੇ ਉਹਦੇ ਕੋਲ 20 ਗਨਮੈਨ ਨੇ, ਇੱਕ ਵਜ਼ੀਰ ਹੈ ਤੇ ਉਹਦੇ ਕੋਲ ਕਿੰਨੀਆਂ ਗੱਡੀਆਂ ਨੇ। ਹਾਂਜੀ। ਫਿਰ ਜਿਹੜੇ ਸਾਡੇ ਆਲਾ ਆਫੀਸਰ ਨੇ ਸਰਕਾਰੀ, ਉਹਨਾਂ ਦੇ ਖਰਚੇ, ਉਹਨਾਂ ਦੇ ਦਫ਼ਤਰਾਂ ਦੇ ਖਰਚੇ ਜਿਹੜੇ ਸੀਗੇ, ਜਿਹੜਾ ਪਬਲਿਕ ਤੇ ਪੈਸਾ ਲੱਗਣਾ ਆ ਉਹਦੇ ਵਿੱਚ ਵੀ ਬਹੁਤ ਸਾਰੀ ਜਿਹੜੀ ਆ ਕਰਪਸ਼ਨ ਹੋ ਜਾਂਦੀ ਆ। ਗਰਾਊਂਡ ਲੈਵਲ ਤੇ ਜਾ ਕੇ ਉਹ ਪੈਸਾ ਜਿਹੜਾ ਆ ਉਹ ਖਰਚ ਨਹੀਂ ਹੁੰਦਾ। ਤੁਸੀਂ ਹੁਣ ਦੇਖਦੇ ਹੋ, ਅਖਬਾਰਾਂ ਪੜ੍ਹਦੇ ਹੋ ਵੀ ਕੀ ਇੱਥੇ ਬਣਿਆ, ਕੀ ਹੋ ਰਿਹਾ। ਜੇ ਇਹ ਸਾਰਾ ਪੈਸਾ ਇਨ ਬਿਨ ਜਿਹੜਾ ਪਬਲਿਕ ਦਾ ਪੈਸਾ ਆ ਪਬਲਿਕ ਤੇ ਲੱਗੇ, ਮੈਂ ਐਗਜ਼ਾਮਪਲ ਦੇਣਾ ਕਿ ਗਲੀਆਂ ਨਾਲੀਆਂ 1962-63 ਤੋਂ ਬਣ ਰਹੀਆਂ, ਅੱਜ ਤੱਕ ਬਣੀਆਂ ਹੀ ਨਹੀਂ ਜੀ। ਹਾਂਜੀ। ਅੱਜ ਤੱਕ ਵੀ ਗਲੀਆਂ ਨਾਲੀਆਂ ਜਿਹੜੀਆਂ ਉਹ ਕੱਚੀਆਂ ਨੇ। ਕਿਉਂ ਕੱਚੀਆਂ ਨੇ? ਹਾਂਜੀ, ਕਿਉਂਕਿ ਜਿਹੜੇ ਲੋਕ ਆ ਉਹ ਭੋਲੇ ਭਾਲੇ ਨੇ। ਹਾਂਜੀ। ਲੋਕਾਂ ਨੂੰ ਇਹ ਨਹੀਂ ਸਮਝ ਲੱਗਦੀ ਕਿ ਇਹ ਸਾਡਾ ਪੈਸਾ ਜਿਹੜਾ ਸੀ, ਸਾਡੇ ਤੇ ਜਿਹੜਾ ਲੱਗਣਾ ਸੀ, ਡਿਵੈਲਪਮੈਂਟ ਹੋਣੀ ਸੀ, ਇਹ ਡਿਵੈਲਪਮੈਂਟ ਕਿਉਂ ਨਹੀਂ ਹੋਈ। ਹਾਂਜੀ। ਔਰ ਹਰ ਕੱਲਾ ਬੰਦਾ ਜਿਹੜਾ ਉਹ ਮਾਰ ਖਾ ਰਿਹਾ। ਜਿੰਨਾ ਚਿਰ ਲੋਕ ਯੂਨਾਈਟ ਨਹੀਂ ਹੁੰਦੇ, ਇਕੱਠੇ ਨਹੀਂ ਹੁੰਦੇ, ਉਹਨਾਂ ਚਿਰ ਸਮੱਸਿਆ ਦਾ ਹੱਲ ਨਹੀਂ ਲੱਭਣਾ। ਸਮੱਸਿਆ ਦਾ ਹੱਲ ਇਹ ਆ ਕਿ ਅਸੀਂ ਸਾਰੇ ਇਕੱਠੇ ਹੋਈਏ, ਇਕੱਠੇ ਹੋ ਕੇ ਸਾਨੂੰ ਪਤਾ ਲੱਗੇ ਕਿ ਸਾਡਾ ਕੀ ਆਇਆ, ਕੀ ਖਰਚਿਆ ਔਰ ਕਿੱਥੇ ਖਰਚਿਆ ਗਿਆ, ਉਹ ਮੌਕੇ ਤੇ ਨਜ਼ਰ ਆਵੇ ਸਾਨੂੰ। ਜਦੋਂ ਮੌਕੇ ਦੇ ਉੱਤੇ ਖਰਚਿਆ ਨਹੀਂ ਜਾਂਦਾ, ਇੱਕ ਸਰਕਾਰ ਜਾਂਦੀ ਆ, ਦੂਜੀ ਆ ਜਾਂਦੀ, ਦੂਜੀ ਜਾਂਦੀ, ਦੂਜੀ ਆ ਜਾਂਦੀ ਆ, ਭੋਲੇ ਭਾਲੇ ਲੋਕ ਜਿਹੜੇ ਠੱਗੇ ਜਾਂਦੇ ਵਿਚਾਰੇ, ਗੱਲਾਂ ਬਾਤਾਂ। ਜੀ, ਨਹੀਂ ਬਿਲਕੁਲ ਸਹੀ ਜੀ। ਸੋ ਉਮੀਦ ਕਰਦੀ ਹਾਂ ਕਿ ਪ੍ਰੋਗਰਾਮ ਤੁਸੀਂ ਜਿਹੜਾ ਉਹ ਪਸੰਦ ਕੀਤਾ ਹੋਵੇਗਾ, ਤੇ ਨਾਲ ਦੇ ਨਾਲ ਸਾਡੀ ਕੋਸ਼ਿਸ਼ ਇਹ ਹੀ ਜਾਰੀ ਰਹੂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੀਰ ਜੀ ਹੁਣਾਂ ਨੂੰ ਲੈ ਕੇ ਜਿਹੜੇ ਪ੍ਰੋਗਰਾਮ ਉਹ ਲਿਖੇ ਜਾਣ, ਤੇ ਇਹਨਾਂ ਸਾਰੀਆਂ ਜਿਹੜੀਆਂ ਅੱਜ ਅਸੀਂ ਵਿਚਾਰਾਂ ਕੀਤੀਆਂ ਨੇ, ਬਹੁਤ ਸਮੱਸਿਆਵਾਂ ਨੇ, ਇਹਨਾਂ ਤੋਂ ਹੱਲ ਕਿਵੇਂ ਕੱਢਣਾ ਆ ਉਹਦੀ ਕੋਸ਼ਿਸ਼ ਜਿਹੜੀ ਉਹ ਜਾਰੀ ਰਹੇਗੀ। ਪਰ ਜਿੱਥੋਂ ਤੱਕ ਮੁੱਖ ਦੀ ਗੱਲ ਇਹ ਆ ਕਿ ਸਾਰਾ ਕੁਝ ਚੱਲਦਾ ਰਹਿਣਾ, ਚਾਹੇ ਡਿਊਟੀ ਸਰਕਾਰਾਂ ਦੀ ਸੀਗੀ, ਜਿਹੜੀਆਂ ਸਾਡੀਆਂ ਹੋਰ ਨਾਮਵਰ ਜਥੇਬੰਦੀਆਂ ਨੇ ਉਹਨਾਂ ਦੀ ਸੀਗੀ, ਪਰ ਪਿੰਗਲਵਾੜਾ ਸੁਸਾਇਟੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕਿਵੇਂ ਆਰਗੈਨਿਕ ਖੇਤੀ ਨੂੰ ਪ੍ਰਫੁੱਲਤ ਕਰਨਾ, ਕਿਵੇਂ ਜਿਹੜਾ ਹੈਗਾ ਆ ਕਿ ਕਾਰਨ ਜਿਨ੍ਹਾਂ ਦੇ ਕਰਕੇ ਅੱਜ ਪਿੰਗਲਵਾੜਾ ਹੈਗਾ ਆ, ਜਿਹਦੇ ਕਰਕੇ ਕਿ ਅੱਜ ਬੱਚੇ ਜਿਹੜੇ ਨੇ ਉਹ ਤੰਦਰੁਸਤ ਨਹੀਂ ਨੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਕੁ ਬਿਮਾਰੀਆਂ ਵੱਧ ਰਹੀਆਂ ਨੇ ਦਿਨੋਂ ਬ ਦਿਨ। 2 ਸਾਲ ਪਿੱਛੇ ਤੁਸੀਂ ਦੇਖ ਲਿਆ ਕਿ ਕਰੋਨਾ ਦੇ ਹਾਲਾਤ ਕਿਹੋ ਜਿਹੇ ਰਹੇ ਨੇ। ਸੋ ਗੱਲ ਇਹ ਆ ਕਿ ਇਹਨਾਂ ਸਾਰੀਆਂ ਦਾ ਹੱਲ ਜਿਹੜਾ ਉਹ ਕਿਵੇਂ ਕੱਢਣਾ ਆ, ਕਿਵੇਂ ਪੂਰੇ ਵਰਲਡ ਦੇ ਵਿੱਚ ਆਰਗੈਨਿਕ ਖੇਤੀ ਜਿਹੜੀ ਆ ਉਹਨੂੰ ਪ੍ਰਫੁੱਲਿਤ ਕਰਨਾ, ਤੇ ਪਿੰਗਲਵਾੜਾ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਜਾਗਰੂਕ ਕਰਨ ਦੀ। ਸੋ ਇੱਥੇ ਮੈਂ ਇੱਕ ਚੀਜ਼ ਕਹੂੰਗੀ ਕਿ ਜੇ ਸਰਕਾਰਾਂ ਨਹੀਂ ਵੀ ਕਰ ਰਹੀਆਂ, ਬਾਕੀ ਜਥੇਬੰਦੀਆਂ ਨਹੀਂ ਵੀ ਕਰ ਰਹੀਆਂ, ਪਰ ਜਿਹੜੀਆਂ ਸੰਸਥਾਵਾਂ ਕਰ ਰਹੀਆਂ ਨੇ, ਸਾਡੀ ਜਿਹੜੀ ਡਿਊਟੀ ਬਣਦੀ ਆ ਕਿ ਅਸੀਂ ਉਹਨਾਂ ਦਾ ਸਹਿਯੋਗ ਜਿਹੜਾ ਕਿੰਨਾ ਕੁ ਦੇ ਰਹੇ ਹੋ। ਅੱਜ ਜੇ ਰਾਜਵੀਰ ਸਿੰਘ ਜੀ ਹੁਣੀ ਇੱਥੇ ਪਹੁੰਚੇ ਨੇ, ਜਾਂ ਆਪਾਂ ਜਦੋਂ ਜਗਰਾਜ ਸਿੰਘ ਸਰਾਜ ਜੀ ਹੁਣਾਂ ਦੀ ਗੱਲ ਕਰਦੇ ਹਾਂ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਵੱਧ ਤੋਂ ਵੱਧ ਪ੍ਰੋਗਰਾਮ ਜਿਹੜੇ ਲਿਖੇ ਜਾਣ ਤਾਂ ਕਿ ਜਾਗਰੂਕ ਲੋਕਾਂ ਨੂੰ ਕੀਤਾ ਜਾ ਸਕੇ, ਪਰ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਅੱਜ ਜੇ ਪਿੰਗਲਵਾੜਾ ਕੋਸ਼ਿਸ਼ ਕਰ ਰਿਹਾ ਤਾਂ ਅਸੀਂ ਕਿਉਂ ਨਹੀਂ, ਅਸੀਂ ਉਹਨਾਂ ਦਾ ਸਾਥ ਕਿਉਂ ਨਹੀਂ ਦੇ ਰਹੇ। ਸੋ ਵੱਧ ਤੋਂ ਵੱਧ ਮੈਂ ਇੱਥੇ ਕਹੂੰਗੀ ਕਿ ਸਹਿਯੋਗ ਦੇਵੋ ਪਿੰਗਲਵਾੜੇ ਦਾ, ਤਾਂ ਕਿ ਹੋਰ ਵੀ ਵਧੀਆ ਜਿਹੜੇ ਹੋਰ ਤਰੀਕੇ ਨੇ ਆਰਗੈਨਿਕ ਖੇਤੀ ਦੇ, ਜਾਂ ਹੋਰ ਜਿਹੜੇ ਵੀ ਪ੍ਰੋਜੈਕਟ ਇਹਨਾਂ ਵਾਲੇ ਸ਼ੁਰੂ ਕੀਤੇ ਗਏ ਨੇ, ਉਹਨਾਂ ਪ੍ਰੋਜੈਕਟਾਂ ਨੂੰ ਹੋਰ ਵਧੀਆ ਢੰਗ ਦੇ ਨਾਲ ਕਰ ਸਕਣ। ਸੋ ਜਾਣ ਤੋਂ ਪਹਿਲਾਂ ਜਗਰਾਜ ਸਿੰਘ ਰਾਜ ਜੀ ਕੀ ਕਹਿਣਾ ਚਾਹੋਗੇ? ਮੈਂ ਜੀ ਦੇਖੋ ਕਿ ਜਿਵੇਂ ਜਿੰਨੇ ਵੀ ਆਪਾਂ NRIs ਹੈ ਉਹਨਾਂ ਨੂੰ ਅਪੀਲ ਕਰਾਂਗਾ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਮੱਥਾ ਟੇਕਦੇ ਹੋ, ਪਿੰਗਲਵਾੜੇ ਜ਼ਰੂਰ ਜਾਓ। ਪਿੰਗਲਵਾੜੇ ਜਾਂਦੇ ਹੋ ਤਾਂ ਰਾਜਵੀਰ ਜੀ ਇਹਨਾਂ ਨਾਲ ਰਾਬਤਾ ਕਾਇਮ ਕਰਕੇ ਮੈਨੂੰ ਦੱਸ ਦਿਓ ਕਿ ਜਦੋਂ ਤੁਸੀਂ ਜਾਂਦੇ ਹੋ, ਅਸੀਂ ਇਹਨਾਂ ਨੂੰ ਦੱਸ ਦਿਆਂਗੇ ਵੀ ਤੁਸੀਂ ਜਾ ਰਹੇ ਹੋ। ਕੁਦਰਤੀ ਖੇਤੀ ਜ਼ਰੂਰ ਦੇਖੋ, ਤੇ ਆਪਾਂ ਸਾਰੇ NRIs ਕੁਦਰਤੀ ਖੇਤੀ ਨੂੰ ਬਹਾਲ ਕਰੀਏ, ਆਪਣੀਆਂ ਜ਼ਮੀਨਾਂ 'ਚ ਖਾਸ ਤੌਰ 'ਤੇ ਕੁਦਰਤੀ ਖੇਤੀ ਨੂੰ ਪ੍ਰਮੋਟ ਕਰੀਏ, ਉਹਨੂੰ ਲਾਗੂ ਕਰੀਏ, ਤਾਂ ਕਿ ਆਪਾਂ ਜਿਵੇਂ ਪੋਲ ਕਰਕੇ ਤੇ ਪੰਜਾਬ ਨੂੰ ਜਗਾਈਏ, ਸੁੱਤਿਆਂ ਨੂੰ ਜਗਾਈਏ, ਬੋਲਿਆਂ ਨੂੰ ਸੁਣਾਈਏ, ਅਨਪੜ੍ਹਿਆਂ ਨੂੰ ਉਹਨਾਂ ਨੂੰ ਐਜੂਕੇਟ ਕਰੀਏ, ਤਾਂ ਕਿ ਆਪਾਂ ਪੰਜਾਬ ਨੂੰ, ਉਸ ਪੰਜਾਬ ਨੂੰ ਜਿਹੜੇ ਸੁਪਨੇ ਲੈਂਦੇ ਆ, ਉਹ ਪੰਜਾਬ ਨੂੰ ਫੇਰ ਦੇਖ ਸਕੀਏ। ਬਿਲਕੁਲ ਜੀ। ਤੇ ਨਾਲ ਰਾਜਵੀਰ ਸਿੰਘ ਜੀ, ਤੁਸੀਂ ਜਾਣ ਤੋਂ ਪਹਿਲਾਂ ਪ੍ਰੋਗਰਾਮ ਦੀ ਜਿਹੜੀ ਆ ਉਹ ਸਮਾਪਤੀ ਆ, ਤੇ ਦੇਸ਼ ਵਿਦੇਸ਼ ਜਿੱਥੇ ਵੀ ਸਾਡੇ ਪੰਜਾਬੀ ਵਸਦੇ ਨੇ, ਸੁਨੇਹਾ ਕੀ ਦੇਣਾ? ਮੈਂ ਸਾਰੇ ਭੈਣ ਭਰਾਵਾਂ ਕਹਾਂਗਾ ਕਿ ਘਰੇਲੂ ਬਗੀਚੀ ਵੱਲ ਤੁਸੀਂ ਧਿਆਨ ਦਿਓ। ਹਰ ਘਰ ਦੇ ਪਿਛਲੇ ਪਾਸੇ ਲਾਉਣ ਹੈਗਾ ਆ, ਜਿੱਥੇ ਸਾਰਾ ਦਿਨ ਊਰਜਾ ਧੁੱਪ ਜਾਏਗੀ, ਉੱਥੇ ਤੁਸੀਂ ਕਿਆਰੀਆਂ ਬਣਾ ਕੇ ਘਰ ਦੇ ਵਿੱਚ ਸਬਜ਼ੀ ਜਿਹੜੀ ਆ 12 ਮਹੀਨੇ ਤੁਸੀਂ ਸਬਜ਼ੀ ਜਿਹੜੀ ਆ
ਉਹ ਖਾ ਸਕਦੇ ਹੋ। ਇਸ ਪਾਸੇ ਵੱਲ ਤੁਸੀਂ ਜ਼ਰੂਰ ਧਿਆਨ ਦਿਓ। ਔਰ ਹਾਈਡਰੋਪੋਨਿਕ ਸਿਸਟਮ ਤੁਸੀਂ ਪਾਈਪ ਦੇ ਵਿੱਚ ਸਬਜ਼ੀਆਂ ਜਿਹੜੀਆਂ ਆ ਉਹ ਕਿੱਦਾਂ ਲਗਾਉਣੀਆਂ ਆ, ਉਹ ਵੀ ਸਾਡੇ ਕੋਲ ਮਾਡਲ ਹੈਗਾ ਆ, ਉਹ ਵੀ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਬੱਚੇ ਦਾ ਪੰਘੂੜਾ ਹੁੰਦਾ ਆ ਉਸ ਤਰ੍ਹਾਂ ਪਾਈਪ ਦੇ ਵਿੱਚ ਅਸੀਂ ਸਬਜ਼ੀਆਂ ਜਿਹੜੀਆਂ ਲਗਾਈਆਂ ਹੋਈਆਂ 6 ਕਿਸਮ ਦੀਆਂ ਸਬਜ਼ੀਆਂ ਤੁਸੀਂ ਇੱਕ ਪੰਘੂੜੇ ਟਾਈਪ ਦੇ ਵਿੱਚ ਵੀ ਲਗਾ ਸਕਦੇ ਹੋ। ਔਰ ਇਹ ਕੋਈ ਮੁਸ਼ਕਿਲ ਕੰਮ ਨਹੀਂ। ਔਰ ਮੇਰੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਦਾ ਵੀ ਬੜਾ ਇੰਟਰਸਟ ਬਣ ਜਾਏਗਾ ਕਿ ਘਰ ਦੇ ਬਗੀਚੇ ਦੇ ਵਿੱਚ ਜਾ ਕੇ, ਕਿਉਂਕਿ ਕਦੀ ਵੀ ਬੰਦਾ ਸਬਜ਼ੀ ਤੋੜਦਾ ਥੱਕਦਾ ਨਹੀਂ, ਕਦੀ ਵੀ ਬੰਦਾ ਜਿਹੜਾ ਘਰੇਲੂ ਬਗੀਚੀ ਆ ਉਹਦੇ ਵਿੱਚ ਦੇਖਭਾਲ ਕਰਦਾ ਥੱਕਦਾ ਨਹੀਂ, ਉਹਦਾ ਮਨੋਰੰਜਨ ਹੁੰਦਾ ਆ ਔਰ ਨਾਲੇ ਸ਼ੁੱਧ ਖੁਰਾਕ ਉਹਨੂੰ ਮਿਲੇਗੀ। ਉਹਦੀ ਇੱਕ ਵੀਡੀਓ ਸਾਨੂੰ ਜ਼ਰੂਰ ਘੱਲਿਓ ਮੈਂ ਵੀਡੀਓ ਤਾਂ ਕਿ ਭੇਜ ਅਸੀਂ ਦਾਂਗਾ। KTV ਤੇ ਜੀਵਨ ਜਾਂਚ ਦੇ ਵਿੱਚ ਦਿਖਾਈਏ ਤੇ ਭੈਣਾਂ ਨੂੰ ਵੀ ਅਸੀਂ ਸਬਜ਼ੀ ਦਿਖਾਈਏ। KTV ਨੂੰ ਦੂਸਰਾ ਮੈਂ KTV ਦਾ ਬਹੁਤ ਧੰਨਵਾਦੀ ਹਾਂ, ਭੈਣ ਦਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਇੰਨਾ ਸਹਿਯੋਗ ਕਰਦੇ ਹੋ ਦਰਸ਼ਕਾਂ ਦੇ ਨਾਲ ਰੂਬਰੂ ਹੋਣਾ। ਔਰ ਜਿਹੜੇ ਮੇਰੇ ਵੀਰ ਸੁਣ ਰਹੇ ਆ ਉਹ ਬਹੁਤ ਸਾਰੇ ਵੀਰ ਜਿਹੜੇ ਆ ਉਹ ਇਸ ਗੱਲ ਤੇ ਚਿੰਤਤ ਹੋਣਗੇ ਵੀ ਸਾਨੂੰ ਸ਼ੁੱਧ ਖੁਰਾਕ ਜਿਹੜੀ ਆ ਖਾਣੀ ਚਾਹੀਦੀ ਆ, ਸ਼ੁੱਧ ਖੁਰਾਕ ਅਸੀਂ ਪੈਦਾ ਕਿਵੇਂ ਕਰ ਸਕਦੇ ਹਾਂ। ਔਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਗਲਤੀ ਹੋਵੇ ਤੇ ਮਾਫੀ ਬਿਲਕੁਲ ਜੀ, ਮੰਗਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੱਥੇ ਸਟੂਡੀਓ ਤੇ ਪਹੁੰਚੇ ਹੋ ਤੇ ਨਾਲ ਦੇ ਨਾਲ ਜਗਰਾਜ ਸਿੰਘ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਦਾਂ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਜਿਹੜਾ ਉਹ ਮਿਲ ਰਿਹਾ। ਸੋ ਗੱਲ ਇਹ ਆ ਕਿ ਅਸਲ ਦੇ ਵਿੱਚ ਆਪਾਂ ਜੇ ਦੇਖੀਏ ਤਾਂ ਜੀਵਨ ਜਾਂਚ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਸੀਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਭਗਤ ਜੀ ਸੋਚ ਨੂੰ ਜਿਹੜਾ ਹੈਗਾ ਪੂਰੇ ਵਰਲਡ ਤੱਕ ਲਿਜਾ ਸਕੀਏ ਤੇ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਜਿਹੜਾ ਉਹ ਕਰ ਸਕੀਏ। ਅੱਜ ਜੇ ਆਪਾਂ 60 ਤੋਂ ਲੈ ਕੇ ਹੁਣ ਦੀ ਗੱਲ ਕਰੀਏ ਤਾਂ ਸਮੇਂ ਨੇ ਪਰਿਵਰਤਨ ਬਹੁਤ ਖਾਦਾ। ਜੇ ਆਪਾਂ ਗੱਲ ਕਰੀਏ ਉਸ ਸਮੇਂ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਦੇਖੀਏ ਤਾਂ ਸੋਚ ਬਦਲ ਚੁੱਕੀ ਆ, ਰਹਿਣ ਸਹਿਣ ਖਾਣ ਪੀਣ ਸਾਰਾ ਕੁਝ ਜਿਹੜਾ ਉਹ ਬਦਲ ਚੁੱਕਾ ਤੇ ਉਹਦੇ ਰਿਜ਼ਲਟਸ ਜਿਹੜੇ ਨੇ ਆ ਪਿਛਲੇ 2 ਸਾਲਾਂ ਦੇ ਵਿੱਚ ਤੁਸੀਂ ਜਿਹੜੇ ਆ ਭੁਗਤੀ ਚੁੱਕੇ ਹੋ। ਪਰ ਹੁਣ ਵੀ ਜੇ ਅਸੀਂ ਅਕਲਮੰਦੀ ਨਾ ਕੀਤੀ, ਹੁਣ ਵੀ ਧਿਆਨ ਨਾ ਦਿੱਤਾ, ਪਿੰਗਲਵਾੜਾ ਵਰਗੀਆਂ ਸੰਸਥਾਵਾਂ ਦਾ ਸਾਥ ਨਹੀਂ ਦਿੱਤਾ ਭਗਤ ਜੀ ਦੀ ਸੋਚ ਨੂੰ ਤੇ ਸਾਡੇ ਆਪਾਂ ਗੁਰੂਆਂ ਦੀ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਨੇ ਗੱਲ ਕੀਤੀ ਜਾਂ ਹਮੇਸ਼ਾ ਗੱਲ ਕੀਤੀ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸੋ ਜੇ ਆਪਾਂ ਹੁਣ ਵੀ ਨਾ ਸੋਚਿਆ ਤਾਂ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣਾ ਆ ਉਹਦੇ ਲਈ ਸਾਵਧਾਨ ਸਾਨੂੰ ਜਿਹੜਾ ਉਹ ਹੋਣਾ ਪੈਣਾ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੋਨਾਂ ਦਾ ਕਿ ਤੁਸੀਂ ਜਿਹੜਾ ਪਹੁੰਚੇ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪ੍ਰੋਗਰਾਮ ਜੀਵਨ ਦਾ ਜਾਂਚ ਦੇ ਵਿੱਚ ਇਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਤੇ ਜਗਰਾਜ ਸਿੰਘ ਸਰਾਜ ਜੀ ਹੁਣਾਂ ਨਾਲ ਹੋਰ ਵਿਚਾਰਿਆਂ ਜਿਹੜੀਆਂ ਸਾਂਝੀਆਂ ਕਰਾਂਗੇ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਦੋਨਾਂ ਵੀਰਾਂ ਵੱਲੋਂ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।